ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੀ ਆਇਆਂ। ਧੰਨਵਾਦ ਜੀ। ਸਰੋਤਿਆਂ ਨੂੰ ਤੁਹਾਡੇ ਰਾਹੀਂ ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਸਰੋਤਿਆਂ ਦੇ ਰੂਬਰੂ ਕੀਤਾ ਤੁਸੀਂ ਜੀ। ਦੋਸਤੋ, ਅੱਜ ਧਾਲੀਵਾਲ ਸਾਹਿਬ ਨਾਲ ਗੱਲ ਕਰਾਂਗੇ ਅਸੀਂ ਕਿ ਸਰਕਾਰ ਤਾਂ ਭਾਵੇਂ ਪੰਜਾਬ ਦੇ ਵਿੱਚ ਕੋਈ ਬਣ ਜੇ, ਜੋ ਆਰਥਿਕਤਾ ਦਾ ਸੰਕਟ ਗੰਭੀਰ ਹੈ ਪੰਜਾਬ ਦੇ ਸਿਰ ਦੇ ਉੱਤੇ, ਨਵੀਂ ਬਣੀ ਹੋਈ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਹ ਇਸ ਸੰਕਟ ਦੇ ਨਾਲ ਜੂਝੇਗੀ ਕਿਵੇਂ। ਤਕਰੀਬਨ ਹੁਣ ਤਾਂ ਖੈਰ ਜ਼ਿਆਦਾ ਹੀ ਹੋ ਗਿਆ, 1 ਲੱਖ ਕਰੋੜ ਦਾ ਕਰਜ਼ਾ ਦੱਸਿਆ ਜਾਂਦਾ ਖੇਤੀ ਸੈਕਟਰ ਦਾ। ਟੋਟਲ ਮਿਲਾ ਕੇ 3 ਲੱਖ ਪਲੱਸ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਹੈ। ਹੁਣ ਕਈ ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਰੇਤ ਮਾਫੀਆ, ਲੈਂਡ ਮਾਫੀਆ, ਸੈਂਡ ਮਾਫੀਆ, ਕੇਬਲ ਮਾਫੀਆ, ਰੀਅਲ estate ਮਾਫੀਆ ਖਤਮ ਕਰਕੇ ਪੰਜਾਬ ਦੀ ਇਕਨੋਮੀ ਰਿਵਾਈਵ ਨਹੀਂ ਕਰ ਪਾਊਗੀ। ਪਰ ਇਸ ਦੇ ਬਾਵਜੂਦ ਸਾਰੀ ਸਰਕਾਰਾਂ ਨੇ ਜੋ ਹੁਣ ਤੱਕ ਰਾਜ ਕੀਤਾ, ਜਾਂ ਫਿਰ ਜੋ ਰਾਜ ਕਰਨਾ ਚਾਹੁੰਦੀਆਂ ਧਿਰਾਂ ਨੇ, ਸਿਆਸੀ ਧਿਰਾਂ ਨੇ, ਉਹ ਆਪਣੇ ਮੈਨੀਫੈਸਟੋ ਦੇ ਵਿੱਚ ਇੱਕ ਗੱਲ ਬਾਰ-ਬਾਰ ਉਭਾਰਦੇ ਰਹੇ ਹਾਂ ਕਿ ਅਸੀਂ ਖੇਤੀ ਕਰਜ਼ਿਆਂ ਨੂੰ ਖਤਮ ਕਰਾਂਗੇ। ਇੱਕ ਪਾਸੇ ਪੰਜਾਬ ਦੇ ਸਿਰ ਕਰਜ਼ਾ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਆਖਰ ਪੈਸਾ ਲੈ ਕੇ ਕਿੱਥੋਂ ਆਊਗੀ ਸਰਕਾਰ, ਜੋ ਵੀ ਨਵੀਂ ਸਰਕਾਰ ਬਣੂਗੀ, ਜਾਂ ਫਿਰ ਜੋ ਇਸ ਵਾਰ ਦੀ ਵੀ 5 ਸਾਲ ਦੀ ਸਰਕਾਰ ਹੋਊਗੀ, ਆਪਾਂ ਸਰਕਾਰ ਦੀ ਨਵੀਂ ਟਰਮ ਹੋਊਗੀ, ਉਹ ਵੀ ਵਾਅਦਿਆਂ ਖਿਲਾਫੀ ਦੇ ਵਿੱਚ ਨਿਕਲ ਜੂਗੀ। ਇਸ ਮਸਲੇ 'ਤੇ ਧਾਲੀਵਾਲ ਸਾਹਿਬ ਨਾਲ ਗੱਲਬਾਤ ਕਰਾਂਗੇ। ਦੂਜਾ ਇੱਕ ਪਹਿਲੂ ਹੋਰ ਵੀ ਹੈ। 3 ਖੇਤੀ ਕਾਨੂੰਨ ਤਾਂ ਵਾਪਸ ਹੋ ਗਏ, ਪਰ ਜੋ ਬੀਜੇਪੀ ਸਰਕਾਰ ਹੁਣ ਇੱਕ ਗੱਲ ਲੈ ਕੇ ਚੱਲ ਰਹੀ ਹੈ ਕਿ ਕੁਦਰਤੀ ਬਜਟ ਵਾਲੀ ਖੇਤੀ, ਬਜਟ ਜ਼ੀਰੋ ਹੋਗਾ ਕੁਦਰਤੀ ਖੇਤੀ ਦਾ। ਹੁਣ ਕਈ ਵਿਦਵਾਨ ਇਸ ਗੱਲ ਨੂੰ ਇੱਦਾਂ ਲੈਂਦੇ ਨੇ ਕਿ ਇਹ ਵੀ MSP ਤੋਂ ਭੱਜਣ ਦਾ ਇੱਕ ਰਾਹ ਹੈ। 3 ਖੇਤੀ ਕਾਨੂੰਨਾਂ ਦੀ ਲੜਾਈ ਭਾਵੇਂ ਲੜੀ, ਹੁਣ ਜੋ ਨਵੇਂ ਪੈਂਤੜੇ ਬੀਜੇਪੀ ਸਰਕਾਰ ਵਰਤ ਰਹੀ ਹੈ, ਇਹ ਵੀ MSP ਤੋਂ ਪਿੱਛੇ ਹਟਣ ਦੇ ਹੀ ਕਾਰਨ ਨੇ। ਧਾਲੀਵਾਲ ਸਾਹਿਬ ਨਾਲ ਜ਼ਿਕਰ ਕਰਾਂਗੇ। ਪਰ ਧਾਲੀਵਾਲ ਸਾਹਿਬ, ਜਿਹੜੀ ਵੀ ਨਵੀਂ ਸਰਕਾਰ ਬਣੂਗੀ, ਕਿਵੇਂ ਉਹ ਆਰਥਿਕਤਾ ਦੇ ਨਾਲ ਨਜਿੱਠੂਗੀ? ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਹੈ ਜਿਸ ਸੰਦਰਭ ਦੇ ਵਿੱਚ, ਉਹਦੇ ਵਿੱਚ ਇਹ ਹੈ ਵੀ ਮੁੱਖ ਆਪਾਂ ਖੇਤੀ ਦੇ ਧੰਦੇ ਨੂੰ ਰੱਖ ਕੇ ਇਹਦੇ ਨਾਲ ਆਰਥਿਕਤਾ ਨੂੰ ਜੋੜ ਕੇ ਦੇਖ ਸਕਦੇ ਹਾਂ। ਇੱਕ ਪਹਿਲੂ ਇਹ ਹੈ ਜੀ। ਪਰ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਥੋੜ੍ਹੀ ਜਿਹੀ ਆਪਾਂ ਓਵਰਆਲ ਗੱਲ ਕਰੀਏ। ਓਵਰਆਲ ਜਿਹੜੀ ਪੂਰੇ ਹਿੰਦੁਸਤਾਨ ਦੀ, ਕਹਿਣ ਨੂੰ ਭਾਵੇਂ ਸਾਡੀ ਆਰਥਿਕਤਾ ਕਿਤੇ ਅਸੀਂ ਕਹਿੰਦੇ ਆਈਏ ਵੀ ਸਾਡੀ ਇੰਨੇ ਟ੍ਰਿਲੀਅਨ ਦੀ ਇਕੋਨਮੀ ਹੋ ਜੂ, ਆਹ ਹੋ ਜੂ, ਇਹ ਹੋ ਜੂ। ਇੱਕ ਤਾਂ ਸਾਡਾ ਦਿਨੋਂ ਦਿਨ ਜਿਹੜਾ ਕਰਜ਼ਾ ਹੈ ਉਹ ਵੱਧਦਾ ਜਾ ਰਿਹਾ ਹੈ। ਇੱਕ ਦੂਸਰਾ, ਸਾਡੀਆਂ ਯੋਜਨਾਵਾਂ ਨੇ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਨੇ ਕਿ ਪਿਛਲੇ ਬਜਟ ਤੋਂ ਬਾਅਦ ਵੀ ਇਹੀ ਜਿਹੀ ਬਹਿਸ ਨੈਸ਼ਨਲ ਲੈਵਲ 'ਤੇ, ਮੈਂ ਇੰਡੀਆ ਲੈਵਲ ਦੀ ਗੱਲ ਕਰ ਰਿਹਾ ਇੱਥੇ, ਉਹ ਬਹੁਤ ਆਈ ਹੈ ਕਿ ਹਰ ਸਾਲ ਜਦੋਂ ਬਜਟ ਪੇਸ਼ ਹੁੰਦਾ ਹੈ, ਉਹ ਜਿਹੜੇ ਪਿਛਲੇ ਜੋ ਪ੍ਰੋਜੈਕਟ ਬਜਟ ਦੇ ਵਿੱਚ ਡਿਫਾਈਨ ਕੀਤੇ ਜਾਂਦੇ ਨੇ, ਉਹਨਾਂ 'ਤੇ ਦੁਬਾਰੇ ਕੋਈ ਬਾਹਲਾ ਚਾਨਣਾ ਨਹੀਂ ਪਾਇਆ ਜਾਂਦਾ ਕਿ ਉਹ ਕਿੰਨੇ ਕੁ ਅਚੀਵ ਹੋ ਗਏ, ਕਿੰਨੇ ਕੁ ਰਹਿ ਗਏ, ਉਹਨਾਂ ਦਾ ਕੀ ਬਣਿਆ। ਨਵਾਂ ਬਜਟ ਪੇਸ਼ ਕਰਕੇ ਉਹਦੇ ਤਾੜੀਆਂ ਮਾਰ ਕੇ ਅੱਗੇ ਨਿਕਲ ਜਾਂਦੇ ਨੇ। ਦੂਜਾ, ਇੱਕ ਨਵੀਂ ਪ੍ਰਵਿਰਤੀ ਇਹ ਆ ਗਈ ਵੀ 2-3 ਦਿਨਾਂ ਦਾ ਬਜਟ ਰੱਖੋ ਜੀ, ਉਹ 'ਤੇ ਛੋਟੀ ਮੋਟੀ ਜੀ ਗੱਲ ਕਰੋ, ਫਟਾਫਟ ਬਜਟ ਪੜ੍ਹੋ ਤੇ ਪਾਸ ਕਰਾ ਕੇ ਤੁਰਦੇ ਲੱਗੋ। ਬਹਿਸ ਉਹ 'ਤੇ ਬਾਹਲੀ ਡਿਬੇਟ ਹੋਵੇ ਨਾ, ਤਾਂ ਕਿ ਆਮ ਲੋਕਾਂ ਨੂੰ ਪਤਾ ਨਾ ਲੱਗੇ ਵੀ ਚੱਲ ਕੀ ਰਿਹਾ। ਉਹਦੇ ਵਿੱਚੋਂ ਇਹ ਹੋਇਆ ਕਿ ਸਮੇਂ 'ਤੇ ਸਾਡੀਆਂ ਸਰਕਾਰਾਂ ਨੇ, ਜਦੋਂ ਸਾਨੂੰ ਅਨਾਜ ਦੀ ਲੋੜ ਸੀ, ਉਦੋਂ ਅਸੀਂ ਉਹ ਨੀਤੀਆਂ ਖੇਤੀ ਸੈਕਟਰ 'ਤੇ ਲਾਗੂ ਕੀਤੀਆਂ ਜਿਹਦੇ ਵਿੱਚ ਪੰਜਾਬ ਤੇ ਹਰਿਆਣਾ ਜਿਹੜਾ ਸਾਂਝਾ ਹੈ, ਇਹਦੇ 'ਤੇ ਉਹ ਬਹੁਤ ਜ਼ਿਆਦਾ ਲੱਗੀਆਂ ਔਰ ਸੁਧਾਰ ਵੀ ਕੀਤੇ ਗਏ। ਉਹਦੇ ਨਾਲ ਸਾਡਾ ਉਤਪਾਦਨ ਵੀ ਵਧਿਆ, ਇਹਦੇ ਬਾਰੇ ਕੋਈ ਸ਼ੱਕ ਨਹੀਂ। ਪਰੰਤੂ ਉਹ ਵਿਚਾਰਿਆ ਨਹੀਂ ਗਿਆ ਇਹ ਉਤਪਾਦਨ ਦੀ ਵਧਾਉਣ ਦੀ ਸਾਨੂੰ ਕਿੰਨੇ ਸਮੇਂ ਦੀ ਲੋੜ ਹੈ, ਕਦੋਂ ਡਿਵਰਸੀਫਾਈ ਕਰਨਾ ਹੈ। ਉਹ 'ਚ ਜਿਹੜਾ ਫਸਲੀ ਚੱਕਰ ਹੈ, ਉਹਦੇ ਵਿੱਚ ਫਸਤਾ ਨਹੀਂ ਜਾਵਾਂਗੇ, ਜਦੋਂ ਕਿ ਮੈਨੂੰ ਇਹ ਲੱਗਦਾ ਵੀ ਇਹ ਚੀਜ਼ਾਂ 'ਤੇ ਪਹਿਲਾਂ ਵਿਚਾਰ ਹੋਣਾ ਚਾਹੀਦਾ ਸੀ। ਇਸ ਤਰ੍ਹਾਂ ਹੀ ਥੋੜ੍ਹਾ ਜਿਹਾ ਮੈਂ ਸੰਕੇਤ ਮਾਤਰ ਫਿਰ ਕਹਿਣਾ ਕਿ ਆਉਣ ਵਾਲੇ ਸਮਾਂ ਜਿਹੜਾ ਹੁਣ ਥੋੜ੍ਹੇ ਦਿਨ ਹੋਏ ਪਿੱਛੇ ਮੈਂ ਪੜ੍ਹ ਰਿਹਾ ਸੀ, ਉਹਦੇ ਵਿੱਚ ਇਕੱਲਾ ਖੇਤੀ ਸੈਕਟਰ ਨਹੀਂ, ਸਰਵਿਸ ਸੈਕਟਰ ਵੀ ਤੇ ਹੋਰ ਕਈ ਸੈਕਟਰ ਨੇ, ਆਟੋਮੋਬਾਈਲ ਸੈਕਟਰ ਵੀ ਬਹੁਤ ਵੱਡੇ ਖਤਰੇ 'ਚ ਹੈ। ਪਿਛਲੇ ਸਮੇਂ ਦੇ ਵਿੱਚ ਮੈਂ ਪੜ੍ਹ ਰਿਹਾ ਸੀ ਕੁਛ ਕਿ ਵਰਲਡ ਵਾਈਡ ਇੱਕ ਅੰਦਾਜ਼ਾ ਸੀ ਉਹ ਵਿਦਵਾਨ ਦਾ ਕਿ 2030 ਤੱਕ, ਜਿਹਦੇ ਵਿੱਚ ਆਪਾਂ ਕਹੀਏ ਕਿ ਕੇਵਲ 9 ਸਾਲ ਬਾਕੀ ਨੇ ਜਾਂ 10.9, ਕਿ 2030 ਤੱਕ ਆਲਮੋਸਟ ਜਿਹੜੀਆਂ ਛੋਟੇ ਵਹੀਕਲ ਨੇ ਪੈਟਰੋਲ ਡੀਜ਼ਲ ਵਾਲੇ, ਇਹ ਸਾਰੇ ਆਊਟ ਹੋ ਜਾਣਗੇ। ਬਹੁਤ ਸਾਰੀਆਂ ਗੱਡੀਆਂ ਵਰਲਡ ਦੇ ਵਿੱਚ ਉਹ ਇਲੈਕਟ੍ਰੋਨਿਕ ਸਿਸਟਮ 'ਤੇ ਐਨਰਜੀ ਬੇਸ ਹੋਣਗੀਆਂ। ਹਾਂਜੀ, ਹੁਣ ਜੇ ਉਹ ਇਲੈਕਟ੍ਰੋਨਿਕ ਐਨਰਜੀ ਬੇਸ ਆ ਗਈਆਂ ਗੱਡੀਆਂ, ਜੇ ਆ ਜਾਣਗੀਆਂ,
ਤਾਂ ਉਹਨਾਂ ਦੇ ਵਿੱਚ ਮੈਂ ਤੁਹਾਨੂੰ 2 ਅੰਕੜੇ ਛੋਟੇ ਛੋਟੇ ਦੱਸੂਗਾ ਜਿਹੜੇ ਬੜੇ ਆਈ ਓਪਨਿੰਗ ਨੇ, ਅੱਖਾਂ ਖੋਲ ਦਿੰਦੇ ਨੇ। ਉਹਦੇ ਵਿੱਚ ਇੱਕ ਅੰਕੜਾ ਉਹਨਾਂ ਨੇ ਐਜ਼ ਪਰ ਐਵਰੇਜ ਦੱਸਿਆ ਕਿ ਜੇ ਆਪਾਂ ਸਪੇਅਰ ਪਾਰਟਸ ਗਿਣੀਏ, ਜਿਹੜੇ ਸਪੇਅਰ ਪਾਰਟਸ ਇੱਕ ਗੱਡੀ ਦੇ, ਜਿਹੜੇ ਉਹਦੇ ਪਾਈਪਸ, ਨਟ, ਬੋਲਟ, ਨਿਊਜ਼ਲ, ਪਲੰਜਰ, ਪਿਸਟਨ, ਰੋਡ, ਟੁਕੜੀਆਂ, ਬਾਲਸ, ਰਿੰਗ, ਸਪਰਿੰਗ, ਇੰਨਾ ਕੁਛ ਗਿਣਦੇ ਉਹ ਕਹਿੰਦਾ ਵੀ ਇੱਕ ਕਾਰ 'ਚ ਲਗਭਗ 6,000 ਪੁਰਜੇ ਹੁੰਦੇ ਨੇ। ਤੇ ਜੇਕਰ ਉਹ ਇਲੈਕਟ੍ਰੋਨਿਕ ਟੈਕਨੋਲੋਜੀ ਆ ਗਈ ਤਾਂ ਉਹ 6,000 ਤੋਂ ਪੁਰਜੇ ਘਟ ਕੇ 600 ਰਹਿ ਜਾਣਗੇ। ਹੁਣ ਇਹਦਾ ਅਰਥ ਕੀ ਹੋਇਆ? ਇਹਦਾ ਅਰਥ ਇਹ ਹੋਇਆ ਕਿਉਂਕਿ ਉਹਦੇ ਵਿੱਚ ਇੰਜਣ ਨਹੀਂ ਰਹਿਣਾ, ਉਹਦਾ ਸਿੱਧਾ ਇੱਕ ਡਾਇਨਮੋ ਲੱਗਿਆ, ਇੱਕ ਮੋਟਰ ਲੱਗੀ, ਮੋਟਰ ਨੇ ਸਾਰਾ ਸਿਸਟਮ ਘੁਮਾ ਦੇਣਾ, ਬਸ ਇੰਨਾ ਹੀ ਕੰਮ ਰਹਿ ਜਾਣਾ ਨਾ ਉਹਦਾ। ਤਾਂ ਬੈਟਰੀ ਬੂਟਰੀ ਦੀ ਕੋਈ ਟੈਕਨੋਲੋਜੀ ਆ ਜੂਗੀ, ਕੋਈ ਹਲੇ ਥੋੜੀ ਬੈਟਰੀ ਮਹਿੰਗੀ ਲੱਗਦੀ ਹੈ, ਚਲੋ ਹੋਰ ਕੋਈ ਟੈਕਨੋਲੋਜੀ ਆ ਜੂਗੀ। ਹੁਣ ਇਹਦਾ ਮੁੱਖ ਕੰਮ ਇਹ ਹੋਇਆ ਕਿ ਜੇ ਉਹ ਪੁਰਜੇ ਇੰਨੇ ਘਟ ਜਾਂਦੇ ਨੇ ਤਾਂ ਜਿਹੜੀ ਰਿਪੇਅਰ ਹੈ, ਰਿਪੇਅਰ ਵੇਲੇ ਇਹ ਨਾ ਹੋਵੇ ਵੀ ਤੁਸੀਂ ਮੋਟਰ ਸਿੱਟਿਆ ਤੇ ਨਵੀਂ ਧਰ ਲਿਆ 15 ਮਿੰਟਾਂ 'ਚ ਗੱਡੀ ਸਟਾਰਟ। ਇਹਦਾ ਮਤਲਬ ਫਿਰ ਸੋਚ ਕੇ ਦੇਖੋ ਕਿੰਨੇ ਮਕੈਨਿਕ ਜਿਹੜੇ ਇੱਕਦਮ ਬੇਰੁਜ਼ਗਾਰ ਹੋ ਜਾਣਗੇ। ਬਿਲਕੁਲ। ਕਿੰਨੇ ਜਿਹਨੂੰ ਅਸੀਂ ਐਨਸੈਲਰੀ ਛੋਟੇ ਯੂਨਿਟ ਕਹਿੰਦੇ ਆ, ਜਿਹੜੇ ਨਟ ਬੋਲਟ ਬਣਾਉਣ ਵਾਲੇ, ਉਹ ਵਿਚਾਰੇ ਕਿੱਧਰ ਜਾਣਗੇ? ਉੱਥੇ ਜਿਹੜੇ ਇੰਪਲਾਈਡ ਨੇ ਉਹ ਲੋਕ ਕਿੱਧਰ ਜਾਣਗੇ? ਇਹ ਗੱਲ ਮੈਂ ਤੁਹਾਨੂੰ ਕਿਉਂ ਡਿਸਕਸ ਕਰ ਰਿਹਾ? ਮੈਂ ਇਸ ਲਈ ਕਰ ਰਿਹਾ ਕਿ ਜਦੋਂ ਇਕੋਨਮੀ ਦੀ ਗੱਲ ਕਰਨੀ ਹੈ ਤਾਂ ਜੇ ਇਹ 8 ਸਾਲ ਆਪਾਂ ਕਹੀਏ ਵੀ ਸੱਚ ਹੈ, ਚਲੋ 8 ਨਹੀਂ 15 'ਚ ਬਦਲ ਜੂਗਾ, ਤੇ ਅਸੀਂ ਫਿਰ ਪਲੈਨਿੰਗ ਇਹਦੀ ਕਦੋਂ ਕਰਾਂਗੇ ਜਿਹੜੇ ਸਾਡੇ ਲੋਕ ਇੰਨੇ ਬੇਰੁਜ਼ਗਾਰ ਹੋਣਗੇ? ਇਹ ਐਗਜ਼ਾਮਪਲ ਜੇ ਆਪਾਂ ਖੇਤੀ ਸੈਕਟਰ ਤੇ ਦੇਖੀਏ, ਖੇਤੀ ਸੈਕਟਰ ਤੇ ਵੀ ਇੱਦਾਂ ਹੀ ਹੋਇਆ। ਖੇਤੀ ਸੈਕਟਰ ਦੇ ਉੱਤੇ ਅਸੀਂ ਜਿਵੇਂ ਹਾਰਵੈਸਟਰ ਕੰਬਾਈਨ ਲੈ ਕੇ ਆਂਦੀ, ਹੋਰ ਇੱਦਾਂ ਦੇ ਵੱਡੀਆਂ ਵੱਡੀਆਂ ਮਸ਼ੀਨਾਂ ਲੈ ਆਂਦੀਆਂ। ਮੈਨੂੰ ਇਹ ਲੱਗਦਾ ਹੈ ਵੀ ਜਿੱਦਾਂ ਸਾਡੇ ਛੋਟੀ ਲੈਂਡ ਹੋਲਡਿੰਗ ਹੈ, ਚੰਗਾ ਹੁੰਦਾ ਕਿ ਅਸੀਂ ਇਹੀ ਟੈਕਨੋਲੋਜੀ ਛੋਟੇ ਇੰਜਨਾਂ ਨਾਲ ਚਲਾਉਂਦੇ। ਮਤਲਬ ਸਾਡੀ ਹਾਰਵੈਸਟਰ ਕੰਬਾਈਨ ਇਹ ਹੁੰਦੀ ਕਿ ਉਹ ਛੋਟੀ ਜਿਹੀ ਹਾਰਵੈਸਟਰ ਕੰਬਾਈਨ ਹੁੰਦੀ ਜਿਹੜੀ ਇੱਕ ਜ਼ਿਮੀਂਦਾਰ ਦੇ ਬਜਟ 'ਚ ਆਉਂਦੀ, ਤੇ ਉਹ ਇੱਕ ਜ਼ਿਮੀਂਦਾਰ ਅੱਧਾ ਆਪਦਾ ਮਜ਼ਦੂਰ ਉਹਨੂੰ ਚਲਾ ਕੇ ਆਪਦੀ ਫਸਲ ਆਪ ਹੀ ਵੱਢ ਲੈਂਦਾ, ਜਿਹਦੇ ਨਾਲ ਨਾ ਤਾਂ ਉਹ ਅਨਇੰਪਲਾਇਡ ਹੁੰਦੇ ਤੇ ਨਾਲ ਮਕੈਨੀਕਲ ਡਿਵੈਲਪਮੈਂਟ ਵੀ ਉਨੀ ਕੁ ਹੁੰਦੀ। ਪਰੰਤੂ ਇੱਥੇ ਅਸੀਂ ਉਦੋਂ ਬਹੁਤ ਧਿਆਨ ਨਾਲ ਨਹੀਂ ਸੋਚਿਆ, ਵੱਡੀਆਂ ਵੱਡੀਆਂ ਕੰਬਾਈਨਸ ਆ ਗਈਆਂ, ਵੱਡੇ ਖੇਤਾਂ 'ਚ ਤਾਂ ਆਪਰੇਟੇਬਲ ਨੇ, ਪਰ ਉਹ ਕੰਬਾਈਨਸ ਦਾ ਜਾਂ ਉਹ ਟੈਕਨੋਲੋਜੀ ਦਾ ਛੋਟੀ ਖੇਤਾਂ 'ਚ ਅੱਜ ਵੀ ਐਪਲੀਕੇਸ਼ਨ ਨਹੀਂ। ਜਿਹੜੇ ਜਿੱਥੇ ਛੋਟੀਆਂ ਲੈਂਡ ਹੋਲਡਿੰਗਸ ਨੇ, ਕਿਸੇ ਦੇ 1.5 ਏਕੜ ਹੈ, ਕਿਸੇ ਦਾ 2 ਏਕੜ ਹੈ, ਉੱਥੇ ਉਹ ਨਾ ਮਸ਼ੀਨਾਂ ਵੱਢਦੀਆਂ ਨੇ। ਸਾਡੇ ਤਾਂ ਫਿਰ ਵੀ ਇਹ ਕੰਸੋਲੀਡੇਸ਼ਨ ਹੋ ਗਈ, ਮੁਰੱਬੇਬੰਦੀ ਹੋ ਗਈ, ਜਿਹਦੇ ਕਰਕੇ ਖੇਤ ਇਕੱਠੇ ਹੋ ਗਏ। ਹਾਲੇ ਵੀ ਬਹੁਤ ਸਾਰੀਆਂ ਸਟੇਟਾਂ 'ਚ ਖੇਤ ਹੀ ਨਹੀਂ ਹੈਗੇ, ਕਿਤੇ ਟੁੱਟਵੇਂ, ਕਿਤੇ ਥੋੜ੍ਹਾ ਜਿਹਾ, ਕਿਤੇ ਇੱਧਰ ਕਿਤੇ ਉੱਧਰ, ਰਸਤੇ ਸਹੀ ਨਹੀਂ ਹੈਗੇ। ਸੋ ਉਸ ਕਰਕੇ ਉਹ ਚੀਜ਼ਾਂ ਦੇ ਸਾਨੂੰ ਨੁਕਸਾਨ ਵੀ ਹੋਏ ਤੇ ਉਹ ਸਾਡੀ ਇਕੋਨਮੀ ਦੇ ਨਾਲ ਫਿੱਟ ਨਹੀਂ ਬੈਠੇ। ਅਸੀਂ ਜਿਹਨੂੰ ਆਪਾਂ ਇੰਗਲਿਸ਼ 'ਚ ਅਸੀਂ ਕਹਿੰਦੇ ਹਾਂ ਉਹਨੂੰ ਕੋਪ ਨਹੀਂ ਕਰ ਸਕੇ, ਉਹਦੇ ਨਾਲ ਤਾਲਮੇਲ ਨਹੀਂ ਬਿਠਾ ਸਕੇ ਆਪਾਂ। ਸੋ ਇਸ ਕਰਕੇ ਜੇ ਆਪਾਂ ਕਹੀਏ ਕਿ ਇੱਦਾਂ ਦੇ ਜਿਹੜੇ ਚੈਲੰਜ ਨੇ, ਇਹ ਹੁਣ ਆਪਾਂ ਮੁੜ ਕੇ ਆਉਂਦੇ ਹਾਂ ਖੇਤੀਬਾੜੀ ਤੇ। ਖੇਤੀਬਾੜੀ ਤੇ ਇਹ ਸੱਚ ਹੈ ਕਿ ਅੰਕੜੇ ਅੱਜ ਵੀ ਆਪਾਂ ਪੜ੍ਹੇ ਨੇ, ਇੱਕ ਅਖਬਾਰ 'ਚ ਅੱਜ ਵੀ ਇੱਕ PAU ਦੇ ਪ੍ਰੋਫੈਸਰ ਸਾਹਿਬ ਦਾ ਆਰਟੀਕਲ ਲੱਗਿਆ। ਅੱਛਾ, ਉਹਦੇ ਵਿੱਚ ਅੰਕੜਾ ਇਹ ਹੈ ਕਿ ਇੱਕ ਪਰਿਵਾਰ 10 ਲੱਖ ਰੁਪਏ ਤੋਂ ਵੱਧ ਦਾ ਕਰਜ਼ਈ ਹੈ। ਹੁਣ ਉਹਦੇ ਵਿੱਚ ਇਹ ਹੈ, ਪਰ ਜਦੋਂ ਉਹਨੇ ਇੱਕ ਅੰਕੜਾ ਹੋਰ ਦੱਸਿਆ ਕਿ ਜੇਕਰ ਅਸੀਂ ਉਸੇ ਮਜ਼ਦੂਰ ਪਰਿਵਾਰ ਦੀ ਗੱਲ ਕਰੀਏ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਹੈ, ਲਗਭਗ 80,000 ਦਾ ਉਹ ਵੀ ਕਰਜ਼ਈ ਹੈ। ਇਹਦਾ ਮਤਲਬ ਜਿਹੜੇ ਮਜ਼ਦੂਰ ਦੀ ਇਨਕਮ ਹੈ ਉਹ 80,000 ਰੁਪਏ ਦਾ ਜੇਕਰ ਉਹ ਕਰਜ਼ਈ ਹੈ ਮੰਨ ਲਓ, ਤੇ ਉਹ ਜਿਹੜਾ ਪਰਿਵਾਰ ਹੈ ਉਹਦੀ ਟੋਟਲ ਇਨਕਮ ਸਾਲ ਦੀ 1.5 ਲੱਖ 2 ਲੱਖ ਹੋਏਗੀ ਦਿਹਾੜੀ ਪਾ ਕੇ ਸਾਰੇ ਪਰਿਵਾਰ ਦੀ। ਤੇ ਜੇ ਇਹਦੀ ਇੰਨੀ ਕਿ ਇਨਕਮ ਹੋਏਗੀ ਫਿਰ ਉਹ ਵਿਚਾਰਾ ਕਰਜ਼ਾ ਕਿੱਥੋਂ ਮੋੜੇਗਾ? ਤੇ ਐਦਾਂ ਹੀ ਆਪਾਂ ਇਹ ਕਹਿੰਦੇ ਹਾਂ ਕਿ ਜੇ ਅਸੀਂ ਕਈ ਵਾਰੀ ਨਾ ਆਮਦਨ ਦੇਖ ਲੈਂਦੇ ਹਾਂ। ਮੰਨ ਲਓ ਕਿਸੇ ਜਿਹੜਾ ਉਹ 10 ਲੱਖ ਰੁਪਏ ਦਾ ਕਿਸਾਨ ਕਰਜ਼ਈ ਹੈ ਤੇ ਉਹਦੀ ਆਪਦੀ ਟੋਟਲ ਆਮਦਨ 15 ਤੋਂ 20 ਲੱਖ ਰੁਪਈਆ ਹੈ, ਤੇ 15 ਤੋਂ 20 ਲੱਖ ਰੁਪਈਆ ਜੇ ਉਹਦੀ ਆਮਦਨ ਹੈ ਤਾਂ ਉਹਦਾ ਪ੍ਰੋਫਿਟ ਤਾਂ ਕਿਤੇ 4-5 ਲੱਖ ਹੀ ਮਸਾਂ ਬਚੂਗਾ ਕਿਤੇ। ਤੇ 4-5 ਲੱਖ ਜੇ ਉਹਦਾ ਪ੍ਰੋਫਿਟ ਹੈ, ਫਿਰ 10 ਲੱਖ ਕਿਵੇਂ ਮੋੜੂਗਾ ਉਹ? ਮਤਲਬ ਇਹ ਅੱਗੇ ਵੱਧਦਾ ਤੁਰਿਆ ਜਾਣਾ ਹੈ। ਤੇ ਉਹਨੂੰ ਆਪਦੀ ਜੀਵਿਕਾ ਚਲਾਉਣ ਲਈ ਹੋਰ ਲੋਨ ਮਿਲ ਜਾਂਦਾ ਹੈ। ਸਰਕਾਰਾਂ ਨੇ ਉਦੋਂ ਕੁਝ ਇਸ ਤਰ੍ਹਾਂ ਦੀਆਂ ਤਜਵੀਜ਼ਾਂ ਬਣਾਈਆਂ ਜਿਹੜੀਆਂ ਕਾਰਪੋਰੇਟ ਘਰਾੜੇ ਨੂੰ ਫਿੱਟ ਸੀਗੀਆਂ, ਬੈਂਕਾਂ ਨੂੰ ਫਿੱਟ ਸੀ ਕਿ ਜਿੰਨਾ ਮਰਜ਼ੀ ਲੋਨ ਹੋਵੇ ਉਹਨਾਂ ਦੇ ਟਾਰਗੇਟ ਪੂਰੇ ਹੁੰਦੇ ਰਹੇ। ਪਰ ਉਹ ਕਿਸਾਨ ਨੇ ਫਸੇ ਹੋਏ ਨੇ ਕੀ ਕੀਤਾ ਕਿ ਉਹ ਲੋਨ ਕਿਸੇ ਹੋਰ ਕੰਮ ਲਈ ਲੈਂਦਾ ਸੀ
ਤੇ ਵਰਤ ਕਿਤੇ ਹੋਰ ਲੈਂਦਾ ਸੀ। ਜਿਵੇਂ ਉਹਨੇ ਲਿਆ ਤਾਂ ਆਪਣੇ ਇਹਨਾਂ ਦੇ ਟਰੈਕਟਰ ਤੇ, ਟਰਾਲੀ ਤੇ, ਐਗਰੀਕਲਚਰਲ ਇਕਵਿਪਮੈਂਟ ਕਹਿੰਦੇ ਜਿਹਨੂੰ, ਉਹਨਾਂ ਤੇ, ਡੈਰੀ ਫਾਰਮ ਤੇ, ਸ਼ੈੱਡ ਬਣਾਉਣ ਲਈ, ਬਰਾਂਡਾ ਬਣਾਉਣ ਲਈ, ਤੇ ਵਰਤ ਲਿਆ ਘਰ ਦੀ ਕਬੀਲਦਾਰੀ 'ਚ ਤੰਗੀ ਕਰਕੇ। ਉਹਦੇ ਨਾਲ ਹੋਰ ਕਰਜ਼ਈ ਹੁੰਦਾ ਗਿਆ, ਹੋਰ ਕਰਜ਼ਈ ਹੁੰਦਾ ਗਿਆ। ਦੂਸਰਾ, ਸਾਡੀਆਂ ਸਰਕਾਰਾਂ ਨੇ ਸਮੇਂ-ਸਮੇਂ ਤੇ ਇੱਕ ਲਾਰਾ ਬਹੁਤ ਲਾਇਆ ਕਿ ਅਸੀਂ ਕਰਜ਼ੇ ਮਾਫ ਕਰ ਦਾਂਗੇ, ਜਦੋਂ ਵੋਟਾਂ ਦਾ ਟਾਈਮ ਆਉਂਦਾ ਅਸੀਂ ਕਰਜ਼ੇ ਮਾਫ ਕਰ ਦਾਂਗੇ, ਕਿਸਾਨੀ ਕਰਜ਼ੇ ਮਾਫ ਕਰ ਦਾਂਗੇ, ਜਿਹਦੇ ਨਾਲ ਉਹਨਾਂ ਨੂੰ ਇਹ ਲੱਗਿਆ ਵੀ ਇਹ ਕਰਜ਼ੇ ਤਾਂ ਮਾਫ ਹੀ ਹੋ ਜਾਣੇ ਨੇ। ਹੁਣ ਉਹ ਕਰਜ਼ੇ ਮਾਫ ਹੋ ਨਹੀਂ ਰਹੇ, ਤੇ ਨਾ ਹੀ ਸਰਕਾਰ ਨੇ ਈਵਨ ਐਸ ਜਿਹੜੀਆਂ ਚੋਣਾਂ ਨੇ ਇਹ 'ਚ ਵੀ ਆਪਾਂ ਦੇਖਿਆ ਸਾਰੀਆਂ ਪਾਰਟੀਆਂ ਨੇ ਇਹ ਤਾਂ ਅਨਾਊਂਸ ਕਰਤਾ ਕਿ ਅਸੀਂ ਕਰਜ਼ੇ ਮਾਫ ਕਰ ਦਾਂਗੇ। ਮੈਂ ਪਹਿਲਾਂ ਵੀ ਇੱਕ ਪ੍ਰੋਗਰਾਮ 'ਚ ਤੁਹਾਡੇ ਇਹ ਗੱਲ ਕੀਤੀ ਸੀ, ਪਰ ਇਹ ਨਹੀਂ ਡਿਫਾਈਨ ਕੀਤਾ ਵੀ ਕਦੋਂ, ਕੋਈ ਡੇਟ ਤਾਂ ਬਾਉਂਡ ਕਰ ਦਿਓ ਨਾ ਕਿ ਇਸ ਡੇਟ ਤੱਕ ਦੇ ਕਰ ਜਾਗੇ, ਜਾਂ ਕਿਹੜੇ ਕਰਜ਼ੇ। ਘੱਟੋ ਘੱਟ ਚੰਨੀ ਸਾਹਿਬ ਨੇ ਇੱਕ ਉਹ ਆਪਣੇ ਪਾਣੀ ਦੇ ਬਿੱਲ ਮਾਫ ਕੀਤੇ ਨੇ, ਉਹ 'ਚ ਉਹਨਾਂ ਨੇ ਇਹ ਤਾਂ ਕੀਤਾ ਵੀ ਜਿਹੜੇ ਇਸ ਤਰੀਕੇ ਤੱਕ ਪੈਂਡਿੰਗ ਨੇ ਉਹ ਸਾਰੇ ਮਾਫ। ਕੋਈ ਡੈਫੀਨੇਸ਼ਨ ਤਾਂ ਹੋਵੇ ਨਾ, ਪਰਿਭਾਸ਼ਾ 'ਚ ਤਾਂ ਆਵੇ। ਉਹ ਟੋਬੇ 'ਚ ਇੱਟ ਸਿੱਟ ਦਿੰਦੇ ਆ ਜੀ ਵੀ ਕਰਜ਼ੇ ਮਾਫ ਕਰ ਦਾਂਗੇ। ਕਿਹੜੇ ਵਾਲੇ ਕਰਜ਼ੇ? ਕੋਆਪਰੇਟਿਵ ਬੈਂਕ ਦੇ, ਸਾਰੀਆਂ ਬੈਂਕਾਂ ਦੇ, ਨੈਸ਼ਨਲ ਬੈਂਕਾਂ ਦੇ, ਕੋਆਪਰੇਟਿਵ ਸੁਸਾਇਟੀ ਦੇ। ਕੋਈ ਡਿਫਾਈਨ ਕਰਨਾ ਚਾਹੀਦਾ ਕਿ ਜਿਹੜੇ ਕਰਜ਼ੇ ਮਾਫ ਕਰਨ ਦੀ ਗੱਲ ਕਰੀ, ਜਾਂ ਇੱਕ ਲਿਮਿਟ ਲਾ ਦੇਣ ਕਿ ਅਸੀਂ ਜਿਹਦਾ ਜ਼ਿਆਦਾ ਕਰਜ਼ਾ ਹੈ ਤੇ ਉਹਦੀ ਜਸਟੀਫਿਕੇਸ਼ਨ ਦੇਖਦੇ ਹੋਏ ਇੱਥੇ ਤੱਕ ਉਹਦਾ ਕਰਜ਼ਾ ਕੋਈ ਮਾਫ ਕਰ ਦਾਂਗੇ। ਉਹ ਐਵੇਂ ਇੱਕ ਬੇਗ ਜਿਹੜੇ ਆਪਾਂ ਕਹਿੰਦੇ ਆ ਬਿਨਾਂ ਸਿਰ ਪੈਰ ਦੇ ਸਟੇਟਮੈਂਟਸ ਦੇ ਦਿੰਦੇ ਨੇ, ਤੇ ਉਹਦੇ ਵਿੱਚ ਕਿਸਾਨਾਂ ਨੂੰ ਐਟੀਟਿਊਡ ਇਹ ਬਣ ਜਾਂਦਾ ਵੀ ਕਰਜ਼ੇ ਤਾਂ ਮਾਫ ਹੋ ਹੀ ਜਾਣਗੇ। ਦੂਸਰਾ, ਜਿਹਦੇ ਵਿਚਾਰਾ ਜਿਹੜਾ ਵਿਚਾਰਾ ਔਖਾ ਹੋ ਕੇ ਪੂਰੇ ਕਰਜ਼ੇ ਮੋੜ ਰਿਹਾ ਹੈ ਤੇ ਉਹਦੇ ਲਈ ਕੋਈ ਸਕੀਮ ਨਹੀਂ ਦੱਸਦੇ ਹੈਗੇ। ਉਹਦੇ ਲਈ ਵੀ ਕੋਈ ਇਨਸੈਂਟਿਵ ਹੋਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਵਿੱਚ ਕੋਈ ਉਹਨਾਂ ਨੂੰ ਉੱਦਾਂ ਦਾ ਐਟੀਟਿਊਡ ਮਿਲੇ। ਕੁੱਲ ਮਿਲਾ ਕੇ ਮੈਂ ਇਹ ਗੱਲ ਕਹਿਣਾ ਕਿ ਨਰੇਗਾ ਦਾ ਇੱਕ ਚੱਲ ਰਿਹਾ ਸੀ, ਉਹਦਾ ਜਿੰਨਾ ਬਜਟ ਸੀ ਉਹਦੇ ਨਾਲ ਉਹਨਾਂ ਨੇ ਉਹ ਬਜਟ ਘਟਾਤਾ। ਜਿਹੜਾ ਇਹ ਕਹਿ ਰਹੇ ਨੇ, ਤੁਸੀਂ ਗੱਲ ਪਹਿਲਾਂ ਕਹਿ ਕੇ ਹਟਿਓ, ਜਿੰਨਾ ਬਜਟ ਸੀਗਾ MSP ਦੇ ਤਹਿਤ ਪੰਜਾਬ 'ਚੋਂ ਜਿਣਸਾਂ ਖਰੀਦਣ ਲਈ, ਉਹ ਪਹਿਲਾਂ ਨਾਲੋਂ ਉਹ ਘਟ ਗਿਆ। ਤੇ ਇਹਦਾ ਮਤਲਬ ਜਿਹੜੀ ਗੱਲ ਤੁਸੀਂ ਸੰਕੇਤ ਮਾਤਰ ਦੱਸੀ ਹੈ, ਕਿਸੇ ਹੱਦ ਤੱਕ ਇਹ ਸੱਚੀ ਹੈ ਕਿ ਸਰਕਾਰ ਇੱਥੋਂ ਖਹਿੜਾ ਛਡਾਉਣਾ ਚਾਹੁੰਦੀ ਹੈ। ਜਿਵੇਂ ਪਹਿਲਾਂ ਇਸ ਸਰਕਾਰ ਨੇ ਇੱਕ ਖਹਿੜਾ ਛਡਾਇਆ ਕਿ ਜਿਵੇਂ ਜਿਵੇਂ ਤੇਲ ਪ੍ਰਾਈਸ ਵੱਧ ਜਾਂਦੀਆਂ ਸੀ, ਸਰਕਾਰ ਉਹਨੂੰ ਕੰਟਰੋਲ ਕਰਕੇ ਇੱਕ ਕੰਟਰੋਲ ਪ੍ਰਾਈਸ ਤੇ ਤੇਲ ਦਿੰਦੀ ਸੀ। ਇਹ ਸਰਕਾਰਾਂ ਨੇ ਹੁਣ ਕੀ ਕਰਤਾ ਕਿ ਸਾਡਾ ਜੀ ਤੇਲ ਪ੍ਰਾਈਸ ਤੇ ਕੋਈ ਕੰਟਰੋਲ ਹੀ ਨਹੀਂ ਹੈਗਾ। ਜਿਵੇਂ ਜਿਵੇਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਪ੍ਰਾਈਸਿਸ ਵਧਣਗੀਆਂ ਤੇ ਤਿਵੇਂ ਤਿਵੇਂ ਅਸੀਂ ਮਤਲਬ ਉਹ ਜਿਹੜੀਆਂ ਮਾਰਕੀਟ ਫੋਰਸਿਸ ਕਹਿੰਦੇ ਹਾਂ ਅਸੀਂ ਇਹਨੂੰ, ਕਿ ਜਿਹੜੀਆਂ ਮਾਰਕੀਟ ਦੇ ਵਿੱਚ ਫੋਰਸਿਸ ਨੇ ਡਿਮਾਂਡ ਐਂਡ ਸਪਲਾਈ, ਉਹ ਤੈਅ ਕਰਨਗੀਆਂ ਤੇਲ ਦੀ ਕੀ ਭਾਅ ਹੋਏਗਾ। ਸੋ ਜੇਕਰ ਉਹ ਇਹ ਸਾਰਾ ਭਾਅ ਤੈਅ ਕਰਨਗੇ ਤਾਂ ਕੁਦਰਤੀ ਹੈ ਫਿਰ ਸਰਕਾਰ ਤਾਂ ਜ਼ਿੰਮੇਵਾਰੀ ਤੋਂ ਬਚ ਗਈ ਨਾ। ਜੇ ਪ੍ਰਾਈਸ ਵੱਧਦੀ ਹੈ, ਸਰਕਾਰ ਕਹੂਗੀ ਵੀ ਸਾਨੂੰ ਦੋਸ਼ ਨਾ ਦਿਓ, ਇਹਦਾ ਇੰਟਰਨੈਸ਼ਨਲ ਪ੍ਰਾਈਸ ਵਧੀਆ ਹੈ। ਔਰ ਉਹ ਇੰਟਰਨੈਸ਼ਨਲ ਪ੍ਰਾਈਸ ਦਾ ਅੱਜ ਹੀ ਮੈਂ ਅਖਬਾਰ 'ਚ ਪੜ੍ਹ ਰਿਹਾ ਸੀ, ਪਿਛਲੇ 10 ਦਿਨਾਂ 'ਚ ਇੰਨਾ ਡਿਫਰੈਂਸ ਆਇਆ ਹੈ ਕਿ 10 ਕੁ ਦਿਨ ਪਹਿਲਾਂ ਆ ਲੜਾਈ ਲੱਗਣ ਤੋਂ ਤੁਰੰਤ 1-2 ਦਿਨ ਬਾਅਦ ਇੱਕ ਆਈ ਖਬਰ ਕਿ $103 ਪਰ ਬੈਰਲ ਹੋ ਗਿਆ। ਉਹ ਥੋੜਾ ਜਿਹਾ ਵੱਧ ਕੇ, ਜਿਹੜਾ ਪਹਿਲਾਂ $100 ਤੋਂ ਘੱਟ ਸੀ। ਪਰ ਅੱਜ ਇੱਕ ਨਿਊਜ਼ ਆਈ ਹੈ ਕਿ ਜੀ ਉਹ $130 ਹੋ ਗਿਆ। ਹੁਣ $130 ਦਾ ਮਤਲਬ ਤਾਂ ਸਿੱਧਾ ਇਹ ਹੋਇਆ ਨਾ ਵੀ 25 ਤੋਂ 28% ਵੱਧ ਗਿਆ ਇੱਕਦਮ। ਹੁਣ ਆਪਾਂ ਸੋਚ ਕੇ ਦੇਖੋ ਕਿ ਜਦੋਂ ਆ ਤਾਂ ਇਲੈਕਸ਼ਨਾਂ ਕਰਕੇ ਰੁਕਿਆ ਹੋਇਆ ਹੈ, ਮੰਨ ਲਓ ਇਲੈਕਸ਼ਨਾਂ ਲੰਘਣ ਤੋਂ ਬਾਅਦ ਸਿੱਧਾ 25 ਜਾਂ 28% ਤੇਲ ਦੀ ਕੀਮਤ ਵੱਧ ਜਾਵੇ ਤਾਂ ਸੋਚ ਕੇ ਦੇਖੋ ਨਾ ਵੀ 100 ਤੋਂ ਸਿੱਧਾ 125 ਤੇ ਜਾਊਗਾ। ਕੌਮਾਂਤਰੀ ਸੰਸਥਾਵਾਂ ਨੇ ਵੀ ਇਹ ਗੱਲ ਕਹੀ ਹੈ ਕਿ ਪ੍ਰਤੀ ਲੀਟਰ 15 ਤੋਂ ਲੈ ਕੇ 25 ਰੁਪਏ ਤੱਕ ਪ੍ਰਤੀ ਲੀਟਰ ਵਾਧਾ ਹੋ ਸਕਦਾ। ਮੈਂ ਤਾਂ ਸਿੰਪਲ ਹੀ ਕਿਹਾ ਕੱਚੇ ਤੇਲ ਦੀ ਜਦੋਂ ਆਪਾਂ ਪਰਸੈਂਟੇਜ ਕੱਢ ਲਈ ਤਾਂ ਪਰਸੈਂਟੇਜ ਤਾਂ ਉਹੀ ਰਹੂਗਾ ਨਾ, ਚਾਹੇ ਉਹ ਲੀਟਰ ਦਾ ਭਾਅ ਕਰ ਲਓ, ਚਾਹੇ ਉਹ ਤੁਸੀਂ ਅੱਧੇ ਲੀਟਰ ਦਾ ਕਰ ਲਓ। ਮੈਂ ਤਾਂ ਸਿੰਪਲ ਹੀ ਕਹਿਣਾ ਕਿ ਜੇ ਕੱਚੇ ਤੇਲ ਦੇ ਵਿੱਚ ਪ੍ਰਾਈਸ ਦਾ ਵਾਧਾ 25 ਤੋਂ 28% ਹੋ ਗਿਆ ਤਾਂ ਉਹੀ 25 ਤੋਂ 28% ਤਿਆਰ ਤੇਲ 'ਚ ਵੀ ਪਊਗਾ ਨਾ, ਉਹਦਾ ਇੰਪੈਕਟ ਸਿੱਧਾ। ਸੋ ਜੇ ਉਹ ਪਊਗਾ, ਜੇ ਆਪਾਂ ਉਹ ਕਹੀਏ ਜੇ 25% ਵੱਧ ਗਿਆ ਤਾਂ ਦੇਖੋ ਨਾ ਤਰਾਹੀ ਮਚ ਜਾਏਗੀ ਇੱਕਦਮ। ਤੇ ਸਰਕਾਰ ਨੇ ਕਹਿਣਾ ਸਾਡਾ ਕੋਈ ਕੰਟਰੋਲ ਨਹੀਂ ਹੈ, ਤਾਂ ਇੰਟਰਨੈਸ਼ਨਲ ਲੈਵਲ ਹੈ। ਸੋ ਉਸ ਤੋਂ ਬਚਣ ਲਈ ਸਰਕਾਰ ਕੋਲ 2 ਹੀ ਤਰੀਕੇ ਹੁੰਦੇ ਨੇ ਕਿ ਇੱਕ ਤਾਂ ਹੁੰਦਾ ਹੈ ਬਹਾਨੇਬਾਜ਼ੀ, ਐਕਸਕਿਊਜ਼ ਬਣਾ ਲੈਂਦੇ ਨੇ, ਉਹਦਾ ਬਹਾਨਾ ਕੋਈ ਘੜ ਲਓ ਵੀ ਦੇਖੋ ਅਸੀਂ ਤਾਂ ਬਹੁਤ ਠੀਕ ਕੀਤਾ ਸੀ ਪਰ ਇਹਦੇ ਵਿੱਚ ਆਹ ਪ੍ਰੋਬਲਮ ਆ ਗਈ, ਐਪੀਡੈਮਿਕ ਆ ਗਿਆ ਜੀ ਤਾਂ ਕਰਕੇ ਖਰਾਬ ਹੋ ਗਿਆ। ਜਾਂ ਕੱਲ੍ਹ ਨੂੰ ਜਿਵੇਂ ਆਪਾਂ ਕਹਿੰਦੇ ਹਾਂ ਕਿ ਇਹ ਕਹਿਣ ਕਿ ਦੇਖੇ ਜੀ ਜਿਹੜੀ ਅਸੀਂ ਸਾਡੀ ਡੀਮੋਨੀਟਾਈਜੇਸ਼ਨ ਪਾਲਿਸੀ ਤਾਂ ਬਹੁਤ ਵਧੀਆ ਸੀ ਪਰ ਹੋਰ ਕੋਈ ਕਾਰਨਾਂ ਕਰਕੇ ਫੇਲ ਹੋ ਗਈ, ਉਹ ਪਾਲਿਸੀ ਅੱਛੀ ਸੀ। ਜਿਵੇਂ ਮੋਦੀ ਜੀ ਨੇ ਕਿਹਾ
ਕਿ ਜਿਹੜੇ ਖੇਤੀ ਕਾਨੂੰਨ ਤਾਂ ਬਹੁਤ ਚੰਗੇ ਸੀ ਪਰ ਕਿਸਾਨਾਂ ਦੀ ਸਮਝ 'ਚ ਨਹੀਂ ਆਏ। ਸੋ ਇਸ ਤਰੀਕੇ ਨਾਲ ਇਹ ਐਕਸਕਿਊਜ਼ ਹੁੰਦਾ ਘੜਨਾ, ਪਰ ਇਹ ਐਕਸਕਿਊਜ਼ ਬਚਾ ਨਹੀਂ ਸਕਦਾ ਸਰਕਾਰਾਂ ਨੂੰ। ਬਚਣਾ ਤਾਂ ਤੁਸੀਂ ਆਪਦੇ ਬਲਬੂਤੇ ਤੇ ਆਪਣੀਆਂ ਨੀਤੀਆਂ ਨਾਲ, ਆਪਦੀ ਠੀਕ ਯੋਜਨਾਬੰਦੀ ਨਾਲ ਹੀ ਬਚ ਸਕਦੇ ਹੋ। ਉਹ ਜੇ ਕਿਸਾਨਾਂ ਦੇ, ਆਮ ਲੋਕਾਂ ਦੇ, ਸਾਰਿਆਂ ਦੇ ਸਾਹਮਣੇ ਪਹਿਲਾਂ ਪ੍ਰਤੱਖ ਰੱਖੋ। ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਕਰਜ਼ਿਆਂ ਦੀ ਗੱਲ ਹੋ ਰਹੀ ਹੈ ਔਰ ਅੱਗੇ ਚੱਲ ਕੇ ਇਹ ਅੰਕੜੇ ਆ ਰਹੇ ਨੇ ਕਿ ਅੱਜ ਕੱਲ 2 ਕਿਸਾਨ ਤੇ 1 ਮਜ਼ਦੂਰ ਕਿਸਾਨੀ ਨਾਲ ਜੁੜਿਆ, ਔਨ ਐਨ ਐਵਰੇਜ ਡੇਲੀ ਇਹ ਡੈਥਸ ਹੋ ਰਹੀਆਂ ਨੇ। ਜੇਕਰ ਇਹ ਡੇਲੀ ਡੈਥਸ ਹੋ ਰਹੀਆਂ ਨੇ ਤਾਂ ਇਹਦਾ ਮਤਲਬ ਇਹ ਤਾਂ ਕਲੀਅਰ ਕੱਟ ਦਿਖਾਈ ਦੇ ਰਿਹਾ ਨਾ ਕਿ ਕਿਸਾਨੀ ਦੇ ਉੱਤੇ ਬੋਝ ਹੈ, ਤੇ ਬੋਝ ਦੇ ਨਾਲ ਕਿਸਾਨੀ ਹੈ ਜਿਹੜੀ ਉਹ ਨਿਰਾਸ਼ ਹੋ ਰਹੀ ਹੈ। ਉਹਨਾਂ ਨੂੰ ਵੀ ਇਹ ਲੱਗਦਾ ਹੈ ਸੁਈਸਾਈਡ ਬੰਦਾ ਕਦੋਂ ਕਰਦਾ ਹੈ। ਸਿੰਪਲ ਜਿਹੜੇ ਮਨੋਵਿਗਿਆਨੀ ਨੇ ਉਹ ਇਹੀ ਦੱਸਦੇ ਨੇ ਕਿ ਸੁਈਸਾਈਡ ਲਈ ਬੰਦਾ ਪ੍ਰੇਰਿਤ ਜਾਂ ਉਸ ਪਾਸੇ ਝੁਕਾਅ ਉਹਦਾ ਉਦੋਂ ਹੁੰਦਾ ਹੈ ਜਦੋਂ ਉਹਨੂੰ ਇਹ ਮਹਿਸੂਸ ਹੁੰਦਾ ਹੈ ਕਿ ਹੁਣ ਇਸ ਮਸਲੇ ਦਾ ਮੇਥੋਂ ਕੋਈ ਹੱਲ ਨਹੀਂ ਹੋਣਾ। ਇੰਨੀ ਨਿਰਾਸ਼ਾ ਆ ਜਾਂਦੀ ਹੈ ਜਦੋਂ ਉਹ 'ਚ। ਸੋ ਇਹਦਾ ਮਤਲਬ ਕਲੀਅਰ ਕੱਟ ਦਿਖਾਈ ਦੇ ਰਿਹਾ ਕਿ ਕਿਸਾਨੀ ਦੇ ਵਿੱਚ ਨਿਰਾਸ਼ਾ ਆ ਰਹੀ ਹੈ। ਉਹ ਜਿਹੜੀ ਨਿਰਾਸ਼ਾ ਦੂਰ ਕਰਨ ਲਈ ਸਰਕਾਰ ਨੂੰ ਅੱਛੀਆਂ ਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ, ਪਰੰਤੂ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਜਿਹੜਾ ਸਾਡਾ ਸਰਕਾਰ ਪਹਿਲਾਂ ਹੀ ਪ੍ਰਚਾਰ ਕਰ ਰਹੀ ਹੈ ਕਿ ਜੀ ਸਾਡੇ ਕੋਲ ਅਨਾਜ ਦਾ ਭੰਡਾਰਨ ਪਹਿਲਾਂ ਬਹੁਤ ਜ਼ਿਆਦਾ ਹੋ ਗਿਆ, ਅਨਾਜ ਦਾ ਭੰਡਾਰਨ ਬਹੁਤ ਜ਼ਿਆਦਾ ਹੋ ਗਿਆ, ਹੁਣ ਅਸੀਂ ਡਿਵਰਸੀਫਾਈ ਕਰਨਾ ਚਾਹੁੰਦੇ ਹਾਂ ਤਾਂ ਕਿ ਹੋਰ ਅਨਾਜ ਨਾ ਉੱਗੇ। ਉਹ ਜਿਹੜਾ ਹੋਰ ਅਨਾਜ ਉਗਾਉਣ ਤੋਂ ਜੇ ਕਿਸਾਨ ਨੂੰ ਤੁਸੀਂ ਰੋਕਣਾ ਹੈ ਤਾਂ ਕਿਸਾਨਾਂ ਲਈ ਸਰਕਾਰ ਨੂੰ ਇੱਕ ਨੀਤੀ ਘੜਨੀ ਪਏਗੀ। ਉਹ ਨੀਤੀ ਦਾ ਫਰੇਮਵਰਕ ਇੱਦਾਂ ਦਾ ਡਿਜ਼ਾਈਨ ਹੋਵੇ, ਇੱਦਾਂ ਦਾ ਕੰਮ ਹੋਵੇ ਕਿ ਉਹ ਨੀਤੀ ਦੇ ਬੇਸ 'ਤੇ ਕਿਸਾਨਾਂ ਨੂੰ ਇਹ ਸਮਝ ਆਵੇ ਕਿ ਇਹਦੇ ਬਦਲੇ ਦੇ ਵਿੱਚ ਕਿਸਾਨ ਉਹ ਫਸਲ ਪੈਦਾ ਕਰਨ ਜਿਹਦੀ ਆਮਦਨ ਲਗਭਗ ਇਹ ਫਸਲ ਦੇ ਬਰਾਬਰ ਹੋਵੇ ਜਾਂ ਇਸ ਤੋਂ ਜ਼ਿਆਦਾ ਹੋਵੇ, ਤਾਂ ਡਿਵਰਸੀਫਾਈ ਹੋ ਸਕਦਾ ਹੈ। ਉਹ ਸਾਰੇ ਕਿਸਾਨ ਇਹ ਸਮਝਦੇ ਨੇ ਵੀ ਇਹਦੇ ਵਿੱਚ ਕੀ ਹੋ ਸਕਦਾ ਹੈ। ਇਹਦੇ ਵਿੱਚ ਹੋ ਇਹ ਸਕਦਾ ਹੈ, ਜਦੋਂ ਇੰਟਰਨੈਸ਼ਨਲ ਪੱਧਰ 'ਤੇ ਆਪਾਂ ਦੇਖ ਸਕਦੇ ਹਾਂ ਕਿ ਜਾਂ ਤਾਂ ਫਰੂਟ ਹੈ ਜਾਂ ਵੈਜੀਟੇਬਲ ਕ੍ਰੌਪਸ ਨੇ ਜਿਹੜੀਆਂ, ਜਿਹਨੂੰ ਅਸੀਂ ਕੈਸ਼ ਕ੍ਰੌਪਸ ਕਹਿੰਦੇ ਹਾਂ, ਕਿ ਉਹ ਕ੍ਰੌਪਸ ਨੇ ਜਿਨ੍ਹਾਂ 'ਚ ਅੱਜ ਵੀ ਰਿਲੇਟਿਵਲੀ ਪ੍ਰੋਫਿਟ ਜ਼ਿਆਦਾ ਹੈ ਤੇ ਉਹਨਾਂ ਵਿੱਚ ਮਿਹਨਤ ਵੀ ਬਹੁਤ ਜ਼ਿਆਦਾ ਹੈ। ਹੁਣ ਉਹ ਜਿਹੜੀ ਮਿਹਨਤ ਦੀ ਗੱਲ ਆ ਉਹਦੇ ਵਿੱਚ ਇੱਕ ਹੋਰ ਪ੍ਰੋਬਲਮ ਖੜੀ ਹੋ ਗਈ। ਉਹ ਪ੍ਰੋਬਲਮ ਇਹ ਖੜੀ ਹੋ ਗਈ ਕਿ ਇੱਕ ਜਿਹੜਾ ਮਜ਼ਦੂਰ ਸੀ, ਕਿਸਾਨੀ ਨਾਲ ਜੁੜਿਆ ਮਜ਼ਦੂਰ, ਉਹਨੂੰ ਪਿਛਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਓਪਰਚੁਨਿਟੀਜ਼ ਮਿਲੀਆਂ ਕਿ ਉਹ ਸਾਰਾ ਕੰਸਟਰਕਸ਼ਨ ਵਰਕ ਦੇ ਵਿੱਚ ਆ ਗਿਆ। ਬਹੁਤ ਸਾਰਾ ਮਜ਼ਦੂਰ ਉਹ 'ਚੋਂ ਉਹ ਜਿਹੜਾ ਕੰਸਟਰਕਸ਼ਨ ਵਰਕ ਦੇ ਵਿੱਚ ਆ ਗਿਆ, ਉਹ ਦੁਬਾਰਾ ਪਤਾ ਨਹੀਂ ਹੁਣ ਉਹ ਮਤਲਬ ਖੇਤ ਮਜ਼ਦੂਰ ਬਣਨਾ ਪਸੰਦ ਕਰੇਗਾ ਕਿ ਨਹੀਂ ਕਰੇਗਾ। ਇਹ ਸਰਕਾਰ ਨੇ ਉਦੋਂ ਤਾਂ ਵਿਚਾਰਿਆ ਨਹੀਂ ਵੀ ਇਹ ਸਾਰਾ ਕੁਝ ਕੀ ਚਾਹੁੰਦੇ ਆ। ਮੈਂ ਫਿਰ ਕਹਿਣਾ ਕਿ ਇਹਦੀ ਪਲੈਨਿੰਗ ਚਾਹੀਦੀ ਇਹ ਸੀ ਕਿ ਜਿਸ ਕਿਸਮ ਨਾਲ ਮਕੈਨਾਈਜੇਸ਼ਨ, ਮਸ਼ੀਨੀਕਰਨ ਹੈ ਜਿਹੜਾ ਖੇਤੀ 'ਚ ਲਿਆਂਦਾ ਗਿਆ, ਜੇ ਉਹ ਮਸ਼ੀਨੀਕਰਨ ਛੋਟੀਆਂ ਮਸ਼ੀਨਾਂ ਨਾਲ ਖੇਤੀ 'ਚ ਆਉਂਦਾ ਤੇ ਵੱਡੀਆਂ ਮਸ਼ੀਨਾਂ ਦਾ ਮਸ਼ੀਨੀਕਰਨ ਕੰਸਟਰਕਸ਼ਨ ਵਰਕ 'ਚ ਹੋਇਆ ਹੁੰਦਾ, ਸ਼ਾਇਦ ਮਜ਼ਦੂਰ ਇੱਧਰ ਜ਼ਿਆਦਾ ਨਾ ਝੁਕਦਾ। ਕਿਉਂਕਿ ਜਦੋਂ ਮਜ਼ਦੂਰ ਦੀ ਇੱਧਰ ਡਿਮਾਂਡ ਜ਼ਿਆਦਾ ਪੈਗੀ, ਕੁਦਰਤੀ ਆ ਉਹ 4 ਰੁਪਏ ਵੱਧ ਮਿਲਣ ਲੱਗੇ ਹੋਣਗੇ, ਡਿਮਾਂਡ ਸਪਲਾਈ ਦਾ ਰਿਲੇਸ਼ਨਸ਼ਿਪ ਹੈ, ਮਜ਼ਦੂਰ ਨੂੰ ਵਿਚਾਰੇ ਨੂੰ ਜਿੱਥੇ ਦਿਹਾੜੀ ਜ਼ਿਆਦਾ ਮਿਲਦੀ ਆ ਉਧਰ ਨੂੰ ਝੁਕ ਜਾਂਦਾ ਉਹ। ਹੁਣ ਜੇ ਦੁਬਾਰੇ ਜੇ ਅਸੀਂ ਆਪਾਂ ਡਾਇਵਰਸੀਫਿਕੇਸ਼ਨ ਦੀ ਜਿਹੜੀ ਗੱਲ ਕਰਦੇ ਹਾਂ, ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਫਸਲੀ ਚੱਕਰ ਨੂੰ ਖਤਮ ਕਰਨ ਲਈ ਇੱਦਾਂ ਦੀਆਂ ਫਸਲਾਂ ਪੈਦਾ ਕਰੀਏ ਜਿਹੜੀਆਂ ਦੇ ਭਾਅ ਵੀ ਠੀਕ ਹੋਣ, ਕਿਸਾਨ ਨੂੰ ਵੀ ਉਹਨਾਂ ਨਾਲ ਤਾਲਮੇਲ ਬਿਠਾ ਕੇ ਆਪਦਾ ਗੁਜ਼ਾਰਾ ਚਲਾ ਸਕਦਾ ਹੋਵੇ, ਪਰ ਉਹਨਾਂ ਫਸਲਾਂ ਲਈ ਸਭ ਤੋਂ ਪ੍ਰੋਬਲਮ ਉਹ ਹੈ, ਇੱਕ ਤਾਂ ਫੇਰ ਉਹਨਾਂ ਦੇ ਮੰਡੀਕਰਨ ਦੀ ਪ੍ਰੋਬਲਮ ਬਹੁਤ ਸੀਰੀਅਸ ਹੈ। ਦੂਸਰੀ ਹੈ ਜਿਹੜੀ ਉਹਨਾਂ ਦੀ ਇਹ ਟੈਕਨੋਲੋਜੀ, ਜਿਹੜੀ ਐਡਵਾਂਸ ਟੈਕਨੋਲੋਜੀ ਦੀ, ਕਿ ਉਹਨਾਂ ਨੂੰ ਪੂਰੀ ਇਨਫੋਰਮੇਸ਼ਨ ਹੋਵੇ ਕੀ ਭਾਅ ਵਿਕੂਗੀ, ਕਦੋਂ ਵਿਕੂਗੀ, ਕੌਣ ਖਰੀਦੂਗਾ। ਹੁਣ ਮੰਡੀਕਰਨ ਦੇ ਵਿੱਚ ਉਹਨਾਂ ਦਾ ਇਹ ਹੈ, ਮੰਡੀਕਰਨ ਉਹਨਾਂ ਦਾ ਤਾਂ ਸੰਭਵ ਹੈ ਕਿ ਅਸੀਂ ਉਹਨੂੰ ਕਹਿੰਦੇ ਹਾਂ ਅੰਗਰੇਜ਼ੀ 'ਚ ਇੱਕ ਸ਼ਬਦ ਕਿ ਉਹਦੀ ਸ਼ੈਲਫ ਲਾਈਫ ਬਹੁਤ ਘੱਟ ਹੈ। ਜਿਵੇਂ ਕਣਕ ਤਾਂ ਅੱਜ ਆਪਾਂ ਭਰਦੀ ਹੈ ਨਾ ਬੋਰੀਆਂ 'ਚ, ਕਣਕ ਤਾਂ ਸਾਲ ਰਹਿ ਜੂਗੀ, ਅਨਾਜ ਹੈ ਜਿਹੜਾ ਸੀਰੀਅਲ ਰਹਿ ਸਕਦਾ ਹੈ, ਸਬਜ਼ੀ ਨਹੀਂ ਰਹਿ ਸਕਦੀ ਇੱਦਾਂ। ਉਹਦੇ ਲਈ ਜਾਂ ਤਾਂ ਤੁਸੀਂ ਕੋਲਡ ਸਟੋਰ ਬਣਾਓ, ਉਹ ਕੋਲਡ ਸਟੋਰ ਹੈ ਜਿਹੜਾ ਉਹ ਇੱਕ ਕਿਸਾਨ ਤਾਂ ਬਣਾ ਨਹੀਂ ਸਕਦਾ। ਬਿਲਕੁਲ, ਉਹ ਫਿਰ ਸਰਕਾਰ ਨੂੰ ਨੀਤੀ ਘੜਨੀ ਪਊਗੀ ਕਿ ਉਹ ਕੌਣ ਬਣਾਵੇ। ਹੁਣ ਉਹ ਸਾਰੇ ਦੇ ਲਈ ਸਰਕਾਰ ਨੇ ਇੱਦਾਂ ਦਾ ਸਿਸਟਮ ਬਣਾਤਾ। ਹੁਣ ਜਿਵੇਂ ਸਰਕਾਰ ਨੇ ਰਹਿੰਦਾ ਖੂੰਹਦਾ ਆਪਦਾ ਉਹ ਇਮੇਜ ਖਰਾਬ ਕਰ ਲਿਆ। ਜਿਹੜੇ ਇਹ 3 ਕਾਨੂੰਨ ਬਣਾਏ ਸੀ,
ਇਹਨਾਂ ਬਾਰੇ ਸਰਕਾਰ ਇਹ ਕਹਿੰਦੀ ਸੀ ਕਿ ਜੇਕਰ ਇਹ ਕਾਨੂੰਨ ਅਸੀਂ ਲਾਗੂ ਕਰ ਦਈਏ ਤਾਂ ਸਾਨੂੰ ਉਮੀਦ ਹੈ ਕਿ ਇਨਵੈਸਟਰਸ ਆਉਣਗੇ ਜਿਹੜੇ ਖੇਤੀ ਸੈਕਟਰ ਦੇ ਵਿੱਚ ਇਨਵੈਸਟ ਕਰਨਗੇ। ਹੁਣ ਉਹਨਾਂ ਨੂੰ ਉਹ ਕਾਨੂੰਨ ਵਾਪਸ ਲੈਣੇ ਪੈ ਗਏ। ਇਹਦਾ ਮਤਲਬ ਹੁਣ ਉਹ ਇਨਵੈਸਟਰਸ ਨੂੰ ਵੀ ਇਹ ਕਹਿਣਗੇ ਵੀ ਉਹ ਇਨਵੈਸਟਰਸ ਨੂੰ ਵੀ ਲੱਗੇਗਾ ਕਿ ਹੁਣ ਸਾਡੇ ਹਾਲਾਤ ਸੁਖਾਵੇਂ ਨਹੀਂ, ਜੇਕਰ ਅਸੀਂ ਇੱਥੇ ਇਨਵੈਸਟ ਕਰਾਂਗੇ ਤਾਂ ਸਾਨੂੰ ਪ੍ਰੋਫਿਟ ਨਹੀਂ ਹੋਏਗਾ। ਉਦਯੋਗ ਬੰਦ ਵੀ ਹੋ ਗਏ ਨੇ ਤੇ ਹੁਣ ਉਹ ਇਨਵੈਸਟ ਕੌਣ ਕਰੇਗਾ? ਬਿਨਾਂ ਇਨਵੈਸਟਮੈਂਟ ਤੋਂ ਇਹ ਸਾਰਾ ਕੁਝ ਇੰਪਰੂਵਮੈਂਟ ਨਹੀਂ ਹੋਏਗੀ। ਨਾ ਕੋਲਡ ਸਟੋਰ ਹੋਣਗੇ, ਜਾਂ ਉਹਦੇ ਲਈ ਫਿਰ ਇੱਕ ਪ੍ਰਬੰਧ ਇਹ ਹੈ ਕਿ ਸਾਡੇ ਕੋਲੇ ਛੋਟੇ ਛੋਟੇ ਕੋਈ ਪ੍ਰੋਸੈਸਿੰਗ ਪਲਾਂਟਸ ਲੱਗਣ। ਮਤਲਬ ਉਹਨਾਂ ਨੂੰ ਨਾ ਇਹਦੀ ਪ੍ਰੋਸੈਸਿੰਗ ਲਈ ਪ੍ਰਜ਼ਰਵੇਸ਼ਨ ਕਹਿੰਦੇ ਆ ਜਿਹਨੂੰ ਅਸੀਂ, ਜਾਂ ਫਿਰ ਇਹ ਹੋ ਸਕਦਾ ਹੈ ਕਿ ਇਹਦੀ ਕੋਈ ਇਹੀ ਜਿਹੀ ਨਵੀਂ ਟੈਕਨੀਕ ਸਰਕਾਰ ਖਰਚਾ ਕਰਕੇ ਪੈਦਾ ਕਰੇ ਕਿ ਉਹਦੇ ਲਈ ਬਹੁਤ ਸਾਰਾ ਮੁੱਢਲਾ ਕੰਮ ਹੈ ਜਿਹੜਾ ਪ੍ਰਜ਼ਰਵੇਸ਼ਨ ਦਾ। ਮੰਨ ਲਓ ਉਹਦੇ ਵਿੱਚ ਕੋਈ ਪ੍ਰਜ਼ਰਵੇਟਰ ਪਾ ਕੇ ਡੱਬਿਆਂ ਦੇ ਵਿੱਚ ਬੰਦ ਕਰਕੇ ਕਿਸਾਨ ਹੀ ਉੱਥੇ ਭੇਜੇ, ਜਾਂ ਇੱਕ ਪਿੰਡ ਲੈਵਲ ਤੇ ਕੋਈ ਸੁਸਾਇਟੀ 'ਚ ਬਣ ਜਾਣ, ਉਹ ਸੁਸਾਇਟੀ ਦੇ ਕੰਮ ਕਰਨ, ਜਿਹਦੇ ਨਾਲ ਨਾਲੇ ਤਾਂ ਮਜ਼ਦੂਰਾਂ ਨੂੰ ਲੇਬਰ ਮਿਲ ਜਾਵੇ ਤੇ ਨਾਲੇ ਉਹ ਕੰਮ ਉੱਥੇ ਹੀ ਆਪਣਾ ਸਵਾਰਨ, ਤੇ ਉਹਦੇ ਨਾਲ ਉਹ 4 ਪੈਸੇ ਜਿਹੜੇ ਹੋਰ ਕਿਤੇ ਕਿਸੇ ਹੋਰ ਮਜ਼ਦੂਰ ਨੂੰ ਜਾਣੇ ਸੀ ਉਹ ਉਸ ਪਿੰਡ ਯੂਨਿਟ ਹੈ ਜਿਹੜਾ ਉਸ ਯੂਨਿਟ ਦੇ ਮਜ਼ਦੂਰ ਨੂੰ ਚਲੇ ਜਿਵੇਂ ਧਾਲੀਵਾਲ ਸਾਹਿਬ ਬੀਜੇਪੀ ਸਰਕਾਰ ਕਹਿੰਦੀ ਹੈ, ਨਰਿੰਦਰ ਮੋਦੀ ਪ੍ਰਧਾਨ ਮੰਤਰੀ ਗੱਲ ਕਹਿੰਦੇ ਨੇ ਕਿ ਕੁਦਰਤੀ ਖੇਤੀ ਵੱਲ ਵਧਣਾ ਜ਼ਰੂਰੀ ਹੈ, ਜ਼ੀਰੋ ਬਜਟ ਦੀ ਉਹ ਗੱਲ ਕਰਦੇ ਨੇ। ਸੰਖੇਪ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਹੁਣ ਜਿਹੜੇ ਸਿਆਸੀ ਮਾਹਿਰ ਨੇ ਉਹ ਇਹ ਗੱਲ ਮੰਨਦੇ ਨੇ, ਉਹ ਕਹਿੰਦੇ ਕਿ ਜੋ ਆਹ ਪੈਂਟਲ ਆ ਕੁਦਰਤੀ ਖੇਤੀ ਵਾਲਾ ਬੀਜੇਪੀ ਸਰਕਾਰ ਦਾ, ਆਹ ਪੈਂਟਲ ਆ 3 ਖੇਤੀ ਕਾਨੂੰਨਾਂ ਵਾਲਾ ਹੀ ਹੈ। ਜਿਹੜੀ ਕੁਦਰਤੀ ਖੇਤੀ ਹੈ ਜੀ, ਕੁਦਰਤੀ ਖੇਤੀ ਦਾ ਇਹ ਹੈ, ਇੱਕ ਕਹਿਣ ਦੀ ਗੱਲ ਹੈ, ਜਿਹੜਾ ਕਾਰਪੋਰੇਟ ਵਰਲਡ ਦੀ ਅਸੀਂ ਗੱਲ ਕਰਦੇ ਹਾਂ ਉਹਦੀ ਇਨਵੋਲਵਮੈਂਟ ਖੇਤੀ 'ਚ ਹੋਈ ਹੈ। ਪਹਿਲੀ ਗੱਲ ਤਾਂ ਜਿਹੜੀ ਕੁਦਰਤੀ ਖੇਤੀ ਦੀ ਗੱਲ ਮੋਦੀ ਜੀ ਕਰਦੇ ਨੇ ਉਹ ਕਾਰਪੋਰੇਟ ਵਰਲਡ ਨੂੰ ਐਕਸੈਪਟੇਬਲ ਨਹੀਂ ਹੋਏਗੀ। ਕਿਵੇਂ? ਮਤਲਬ ਸਰੋਂ ਦਾ ਬੀਜ ਹੈ ਜਿਹੜਾ ਉਹ 1000 ਰੁਪਏ ਕਿਲੋ ਮਿਲਦਾ ਹੈ, ਟਮਾਟਰਾਂ ਦਾ ਬੀਜ ਹੈ ਜਿਹੜਾ ਉਹ ਪਤਾ ਨਹੀਂ ਕਈ ਹਜ਼ਾਰ ਰੁਪਏ ਕਿਲੋ ਮਿਲਦਾ ਹੈ। ਹੁਣ ਉਹ ਕੁਦਰਤੀ ਖੇਤੀ ਤਾਂ ਇਹ ਸੀ ਨਾ ਜਦੋਂ ਪਹਿਲਾਂ ਕਿਸਾਨ ਆਪ ਦਾ ਬੀਜ ਆਪ ਰੱਖਦਾ ਸੀ। ਹੁਣ ਮਤਲਬ ਉਹ ਰਿਸਰਚ 'ਚ ਜਾ ਕੇ ਸਾਰਾ ਕੁਝ ਉੱਥੇ ਕਰਤਾ, ਤੇ ਇਹ ਉਹ ਕਿਸਾਨ ਕੁਦਰਤੀ ਖੇਤੀ ਵਿਚਾਰਾ ਅਫੋਰਡ ਕਿਵੇਂ ਕਰੂਗਾ? ਇੰਨਾ ਈਜ਼ੀ ਨਹੀਂ ਹੈਗਾ ਕੰਮ। ਕੁਦਰਤੀ ਖੇਤੀ 'ਚ ਇਹ ਇੱਕੋ ਗੱਲ ਤੇ ਮਾੜਾ ਮੋਟਾ ਫੋਕਸ ਕਰੀ ਜਾਂਦੇ ਨੇ ਕਿ ਉਹਦੇ ਨਾਲ ਅਸੀਂ ਖਾਦਾਂ ਘਟਾ ਦਾਂਗੇ, ਫਸਲੀ ਚੱਕਰ ਤੋੜ ਕੇ ਖਾਦਾਂ ਦਾ ਬਜਟ ਥੋੜਾ ਬਹੁਤਾ ਵੱਧ ਜਾਏਗਾ। ਪਰ ਜਿਹੜਾ ਕਾਰਪੋਰੇਟ ਘਰਾਣਿਆਂ ਨੇ ਆਪਣੀ ਰਿਸਰਚ ਦੇ ਰਾਹੀਂ ਜਿਹੜੀ ਬੀਜ ਟੈਕਨੋਲੋਜੀ ਹੈ, ਸੀਡ ਟੈਕਨੋਲੋਜੀ, ਉਹ ਤੇ ਜਿਹੜਾ ਕਬਜ਼ਾ ਕੀਤਾ ਹੈ, ਉਹਦੇ ਨਾਲ ਉਹ ਛੋਟੀ ਜਿਹੀ ਲੈਬੋਰਟਰੀ 'ਚ ਬੀਜ ਪੈਦਾ ਕਰਕੇ ਆਪਣੇ ਮਤਲਬ ਲੱਖਾਂ ਰੁਪਏ ਕਰੋੜਾਂ ਰੁਪਏ ਕਮਾਉਂਦੇ ਨੇ। ਉਹ ਟੈਕਨੋਲੋਜੀ ਇਹਨਾਂ ਨੇ ਅੱਗੇ ਟਰਾਂਸਮਿਟ ਨਹੀਂ ਕਰਨੀ, ਕਿਸਾਨਾਂ ਤੱਕ ਨਹੀਂ ਦੇਣੀ। ਜਾਂ ਤਾਂ ਸਰਕਾਰ ਉਹ ਟੈਕਨੋਲੋਜੀ ਤੋਂ ਉਹਨਾਂ ਦੇ ਜਿਹੜੇ ਰਾਖਵੇਂ ਹੱਕ ਨੇ, ਕਾਪੀਰਾਈਟ ਨੇ, ਉਹ ਉਹਨਾਂ ਦੀ ਬਜਾਏ ਉਹਨਾਂ ਨੂੰ ਲਿਮਿਟ ਦੇਣ ਕਿ 3 ਸਾਲ 4 ਸਾਲ ਤੁਹਾਡੇ ਹੱਕ ਹੋਣਗੇ, ਉਸ ਤੋਂ ਬਾਅਦ ਇਹ ਕਾਮਨ ਹੋ ਜਾਊਗਾ ਸਾਰਾ ਕੁਝ, ਫਿਰ ਤਾਂ ਇਹ ਕੁਝ ਹੋ ਸਕਦਾ ਹੈ। ਇਹ ਇੰਨਾ ਈਜੀ ਨਹੀਂ। ਇਹ ਉਸ ਗੱਲ ਤੋਂ ਬਿਲਕੁਲ ਇਹ ਐਂ ਲੱਗਦਾ ਕਿ ਜਿਹੜੀ ਨੀਤੀ ਹੈ ਉਹ ਨੀਤੀ ਤੇ ਇਹ ਹੈ ਵੀ ਜੇ ਕਿਸਾਨ ਕੁਦਰਤੀ ਖੇਤੀ ਤੇ ਚਲੇ ਜਾਣ ਉਹਦੇ ਨਾਲ ਆਪੇ ਝਾੜ ਘਟ ਜੂਗਾ, ਝਾੜ ਘਟ ਜੂਗਾ, ਸਾਨੂੰ ਅਨਾਜ ਘੱਟ ਖਰੀਦਣਾ ਪਊਗਾ, ਮਤਲਬ ਜਿਹੜੀ ਅਨਾਜ ਦੀ ਕੁਆਂਟੀਟੀ ਘਟ ਜੂਗੀ। ਪਰ ਜੇ ਉਹ ਅਨਾਜ ਦੀ ਕੁਆਂਟੀਟੀ ਇੱਦਾਂ ਹੀ ਘਟ ਜਾਂਦੀ ਹੈ ਜਿੱਦਾਂ ਆਪਾਂ ਨੂੰ ਲੱਗਦਾ ਕਿ ਸਰਕਾਰ ਇੱਦਾਂ ਸੋਚਦੀ ਹੈ, ਤਾਂ ਸਾਨੂੰ ਇਹ ਕਿਉਂ ਨਹੀਂ ਯਾਦ ਆਉਂਦਾ ਕਿ ਇਮੀਡੀਏਟ ਕਿਸਾਨ ਦੀ ਆਮਦਨ ਵੀ ਘਟ ਜਾਣੀ ਹੈ। ਬਿਲਕੁਲ। ਤੇ ਜੇ ਕਿਸਾਨ ਦੀ ਆਮਦਨ ਘਟ ਗਈ ਤਾਂ ਅਨਐਮਪਲੋਇਮੈਂਟ ਹੋਰ ਇਦੋਂ ਕਿਤੇ ਵੱਧ ਜਾਣੀ ਹੈ। ਸਰਕਾਰ ਕਰੇ ਕਿ ਵੀ ਤੁਹਾਡਾ ਕਰਜ਼ਾ ਮਾਫ ਹੈ, ਉਸ ਤੋਂ ਬਾਅਦ ਕੁਦਰਤੀ ਖੇਤੀ ਦੀ ਗੱਲ ਕਰੇ। ਹਾਂ, ਜਾਓ ਕੋਈ ਸ਼ਰਤ ਲਾਉਣ ਕਿ ਤੁਹਾਨੂੰ ਅਸੀਂ ਆਹ ਕੁਛ ਦੇਵਾਂਗੇ, ਜੇਕਰ ਤੁਸੀਂ ਕੁਦਰਤੀ ਖੇਤੀ ਕਰਦੇ ਹੋ ਫਿਰ ਅਸੀਂ ਤੁਹਾਨੂੰ ਇੰਨਾ ਇਨਸੈਂਟਿਵ ਦੇਵਾਂਗੇ ਕੋਈ, ਉਹ ਤਾਂ ਹੋ ਸਕਦਾ ਹੈ। ਸੋ ਇਸ ਕਰਕੇ ਕਹਿਣਾ ਬੜਾ ਸੌਖਾ ਹੈ, ਪਰ ਜਦੋਂ ਇਹ ਇੰਪਲੀਮੈਂਟ ਕਰਨਗੇ ਨਾ ਇਹ ਔਖਾ ਬਹੁਤ ਹੋ ਜਾਏਗਾ। ਸੋ ਦੂਸਰਾ, ਪੰਜਾਬੀ 'ਚ ਇੱਕ ਹੋਰ ਕਹਾਵਤ ਜਿਹੜੀ ਕਹਿੰਦੇ ਹੁੰਦੇ ਨੇ ਨਾ, ਜਦੋਂ ਆਪਾਂ ਕਹਿੰਦੇ ਹੁੰਦੇ ਆ ਨਾ ਕਿ ਟੋਟਾ ਸਭ ਤੋਂ ਖੋਟਾ, ਜੇ ਸਾਡੀ ਇਕਨੋਮੀ ਡਿਕਲਾਈਨ ਕਰ ਗਈ ਨਾ ਸਾਡੇ ਮੁਲਕ ਨੂੰ ਬਚਾਉਣਾ ਭੰਗੂ ਸਾਹਿਬ ਬਹੁਤ ਮੁਸ਼ਕਿਲ ਹੋ ਜਾਏਗਾ। ਇਹ ਇੰਨਾ ਸੌਖਾ ਨਹੀਂ। ਮਤਲਬ ਕਿਸਾਨੀ ਦੇ ਵਿੱਚ ਮੈਂ ਤੁਹਾਨੂੰ ਬਹੁਤ ਸੰਖੇਪ ਰੂਪ 'ਚ ਗੱਲ ਮੈਂ ਪਹਿਲਾਂ ਕਹਿ ਚੁੱਕਿਆ, ਸਪਸ਼ਟ ਸ਼ਬਦਾਂ 'ਚ ਫੇਰ ਆਪਾਂ ਕਹਿ ਸਕਦੇ ਹਾਂ ਕਿ ਸਾਡੀ ਪ੍ਰੋਬਲਮ ਕੀ ਹੈ। ਅਸੀਂ ਮਾਡਲ ਚੱਕ ਲੈਂਦੇ ਹਾਂ ਬਾਹਰੋਂ, ਬਾਹਰਲੇ ਮਾਡਲ ਨਾਲ ਅਸੀਂ ਇਹ ਕਹਿੰਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਖੇਤੀ ਦੇ ਵਿੱਚ ਜੀ 2% ਲੋਕ ਨੇ, ਪਰ ਸਾਡੇ ਤਾਂ 50% ਨੇ। ਬਿਲਕੁਲ, ਅਪਰੋਕਸੀਮੇਟਲੀ, ਘੱਟ ਥੋੜਾ ਵੱਧ। ਹੁਣ ਜੇ ਸਾਡੇ 50% ਨੇ, ਜੇ ਅਸੀਂ ਉਸ ਮਾਡਲ ਤੋਂ 2% ਤੇ ਲੈ ਕੇ ਆਈਏ ਤਾਂ ਜਿਹੜੇ ਉਹ 48% ਕੱਢਣੇ ਨੇ ਉਹਨਾਂ ਦਾ ਕੀ ਕਰਨਾ ਹੈ? ਬਾਕੀ ਸੈਕਟਰਾਂ 'ਚ ਪਹਿਲਾਂ ਹੀ ਅਨਐਮਪਲੋਇਮੈਂਟ ਹੈ। ਜਾਂ ਤਾਂ ਅਸੀਂ ਇਹ ਕਹੀਏ ਨਾ
ਕਿ ਬਾਕੀ ਸੈਕਟਰਾਂ ਦੇ ਵਿੱਚ ਸਾਡੀ ਪੋਜੀਸ਼ਨ ਬਹੁਤ ਵਧੀਆ ਹੈ, ਉੱਥੇ ਕੋਈ ਅਨਐਮਪਲੋਇਮੈਂਟ ਨਹੀਂ ਹੈ, ਸਾਨੂੰ ਉੱਥੇ ਵਿਅਕਤੀ ਚਾਹੀਦੇ ਨੇ, ਅਸੀਂ ਇਹ ਵਿਅਕਤੀਆਂ ਨੂੰ ਉੱਥੇ ਲੈ ਜਾਾਂਗੇ ਤੇ ਉਹਨਾਂ ਨੂੰ ਰੁਜ਼ਗਾਰ ਮਿਲ ਜਾਏਗਾ, ਫਿਰ ਤਾਂ ਇਹ ਸੰਭਵ ਹੋ ਸਕਦਾ ਹੈ। ਆ ਥੋੜਾ ਜਿਹਾ ਸਾਡੇ ਝਟਕਾ ਆਇਆ ਹੈ ਇਹਦਾ ਕਰੋਨਾ ਵੇਲੇ, ਉਹਦੇ ਵਿੱਚ ਤੁਹਾਡੇ ਸਾਹਮਣੇ ਸਾਰੇ ਮਜ਼ਦੂਰ ਵਿਹਲੇ ਹੋ ਗਏ ਸੀ ਤੇ ਸਾਡੀ ਇਕਨੋਮੀ ਦਾ ਜੋ ਕੁਝ ਹੋਇਆ ਉਹ ਮਤਲਬ ਸਾਡੇ ਸਾਹਮਣੇ ਹੈ, ਉਹਦੀ ਕੀ ਪੋਜੀਸ਼ਨ ਹੋਈ ਹੈ। ਸੋ ਇਸ ਤਰ੍ਹਾਂ ਨਾ ਇੱਕ ਸੈਕਟਰ 'ਚ ਨਹੀਂ, ਇਹ ਸਾਰੇ ਸੈਕਟਰਾਂ 'ਚ ਸਾਡੇ ਜਿਹੜਾ ਮਕੈਨੀਕਲ ਸੈਕਟਰ ਹੈ ਉਹਦੇ ਵਿੱਚ ਵੀ ਬਹੁਤ ਸੀਰੀਅਸ ਚੈਲੰਜ ਪਏ ਨੇ। ਆਉਣ ਵਾਲੇ ਸਮੇਂ 'ਚ ਬਹੁਤ ਸਾਰਾ ਕੁਝ ਸ਼ਿਫਟਿੰਗ ਹੋ ਰਹੀ ਹੈ ਸੋਲਰ ਐਨਰਜੀ ਤੇ, ਉਧਰਲੇ ਪਾਸੇ ਅਸੀਂ ਕਿੰਨੀਆਂ ਕੁ ਜੌਬਸ ਕ੍ਰੀਏਟ ਕਰ ਸਕਦੇ ਹਾਂ, ਜਾਂ ਉਹ ਟੈਕਨੋਲੋਜੀ ਨੂੰ ਕਿੰਨਾ ਕੁ ਸਸਤਾ ਕਰਕੇ ਲੋਕਾਂ ਤੱਕ ਲਿਆ ਸਕਦੇ ਹਾਂ, ਇਹ ਡਿਪੈਂਡ ਕਰਦਾ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਕੁਦਰਤੀ ਖੇਤੀ ਦੀ ਜਿਹਦੀ ਗੱਲ ਕਰਦੇ ਨੇ, ਇਹ ਸੰਭਵ ਤਦ ਹੀ ਹੈ ਜੇ ਅਸੀਂ ਕਿਸਾਨਾਂ ਨੂੰ ਕੋਈ ਉਸ ਤਰ੍ਹਾਂ ਦੇ ਇਨਸੈਂਟਿਵ ਦੇਈਏ ਤੇ ਉਹਨਾਂ ਨੂੰ ਇਹ ਗੱਲ ਯਕੀਨੀ ਬਣਾਈਏ ਕਿ ਜਿਹੜਾ ਉਹਨਾਂ ਦੀ ਪ੍ਰੋਡਕਸ਼ਨ ਹੈ, ਜਿਹੜੀ ਉਹਨਾਂ ਦੀ ਪੈਦਾਵਾਰ ਹੈ, ਉਹ ਅਸੀਂ ਰੀਜ਼ਨੇਬਲ ਪੈਸਿਆਂ ਦੇ ਵਿੱਚ, ਰੀਜ਼ਨੇਬਲ ਦਾਮ ਦੇ ਵਿੱਚ ਅਸੀਂ ਚੱਕਾਂਗੇ, ਜਿਹਦੇ ਨਾਲ ਉਹਨਾਂ ਦੀ ਇਨਕਮ ਨਾ ਘਟੇ। ਜੇਕਰ ਉਹਨਾਂ ਦੀ ਇਨਕਮ ਘਟੇਗੀ ਤਾਂ ਉਹਨਾਂ ਨੂੰ ਆਪਣੇ ਪਾਲਣ ਪੋਸ਼ਣ ਦੇ ਵਿੱਚ ਦਿੱਕਤ ਆਏਗੀ ਬਹੁਤ ਵੱਡੀ। ਸੋ ਇਸ ਕਰਕੇ ਇਹ ਇੰਨਾ ਸੌਖਾ ਨਹੀਂ ਹੈਗਾ। ਇਹ ਬਿਲਕੁਲ ਇਸ ਗੱਲ ਤੋਂ ਲੱਗਦਾ ਇਹ ਹੈ, ਲੋਕਾਂ ਨੂੰ ਜਿਹੜੇ ਵਿਚਾਰੇ ਘੱਟ ਪੜ੍ਹੇ ਲਿਖੇ ਨੇ ਉਹਨਾਂ ਨੂੰ ਸ਼ਾਇਦ ਇਹ ਜਾਂ ਜਿਹੜੇ ਸਰਕਾਰਾਂ ਦੇ ਭਗਤ ਹੁੰਦੇ ਨੇ ਉਹਨਾਂ ਨੂੰ ਸ਼ਾਇਦ ਲੱਗੇ ਕਿ ਇਹਦੇ ਨਾਲ ਸਰਕਾਰ ਬਹੁਤ ਵੱਡੀ ਤਬਦੀਲੀ ਲਿਆ ਦੂਗੀ, ਪਰ ਮੈਨੂੰ ਇਹ ਲੱਗਦਾ ਕਿ ਇਹਦੇ ਨਾਲ ਇੱਕ ਦੀ ਬਜਾਏ ਜਾਂ ਇਹ ਕਹੀਏ ਕਿ ਸਮੱਸਿਆ ਨੂੰ ਹੱਲ ਹੋਣ ਦੀ ਬਜਾਏ ਇਹ ਸਮੱਸਿਆ ਹੋਰ ਡੂੰਘੀ ਹੋ ਜਾਏਗੀ ਤੇ ਇਹਦੇ ਨਾਲ ਜੁੜੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਬਹੁਤ ਤੇਜ਼ੀ ਨਾਲ ਵਧਣਗੀਆਂ, ਜਿਹਦੇ ਨਾਲ ਹਾਲਾਤ ਹੋਰ ਖਰਾਬ ਹੋਣਗੇ। ਇਹ ਕੀ ਕਰਦੇ ਨੇ ਨਾ ਕਿ ਇੰਨੇ ਟ੍ਰਿਲੀਅਨ ਦੀ ਇਕਨੋਮੀ ਦੀ ਜਿਹੜੀ ਗੱਲ ਕਰੀ ਜਾਂਦੇ ਨੇ, ਇੱਕੋ ਗੱਲ ਤੇ ਪੜਦਾ ਪਾਈ ਜਾਂਦੇ ਨੇ ਕਿ 5 ਟ੍ਰਿਲੀਅਨ ਦੀ ਇਕਨੋਮੀ ਬਹੁਤ ਵੱਡੀ ਬਣਨ ਨਾਲ, ਮੈਂ ਜੇ ਪੰਜਾਬੀ 'ਚ ਸ਼ਬਦ ਕਹਾਂ, ਜੇ ਮੇਰੀ ਗੱਲ ਸਮਝਣ ਲੋਕ, ਪੰਜਾਬੀ 'ਚ ਗੱਲ ਇਹ ਹੈ ਵੀ ਅਮੀਰ ਆਦਮੀ ਉਹ ਹੁੰਦਾ ਹੈ ਜਿਹਦੀ ਆਮਦਨ ਖਰਚੇ ਨਾਲੋਂ ਵੱਧ ਹੋਵੇ। ਮਤਲਬ ਕੱਲੀ ਇਕਨੋਮੀ ਵਧਾਉਣ ਨਾਲ, ਖਰਚਾ ਵਧਾਉਣ ਨਾਲ ਬੰਦਾ ਅਮੀਰ ਨਹੀਂ ਹੁੰਦਾ। ਬਿਲਕੁਲ। ਇਸ ਕਰਕੇ ਸਾਨੂੰ ਇਹ ਦੇਖਣਾ ਪਊਗਾ ਕਿ ਜਿਹੜੀ ਇਹ ਇਕਨੋਮੀ ਵਧਾਉਣ ਦੀ ਗੱਲ ਕਰਦੇ ਨੇ, ਉਹ ਇਕਨੋਮੀ ਦੇ ਵਿੱਚ ਜਿਹੜਾ ਪੈਸਾ ਆਏਗਾ, ਜਿਹੜਾ ਇਨਵੈਸਟਰ ਆਏਗਾ ਕੋਈ ਬਾਹਰੋਂ ਵੀ, ਉਹ ਸਾਡੇ ਤੇ ਕਿਸ ਕਿਸਮ ਨਾਲ ਪੈਸਾ ਇਨਵੈਸਟ ਕਰੇਗਾ, ਜਿਹਦੇ ਵਿੱਚੋਂ ਉਹ ਪ੍ਰੋਫਿਟ ਦਾ ਸ਼ੇਅਰ ਕੋਈ ਸਾਡੇ ਕੰਟਰੀ ਤੇ ਵੀ ਖਰਚ ਕਰੂਗਾ, ਜਾਂ ਸਰਕਾਰਾਂ ਇਨਵੈਸਟਰ ਦਾ ਹੀ ਪ੍ਰੋਫਿਟ ਵਧਾਉਣ ਲਈ ਲੱਗੀਆਂ ਹੋਈਆਂ ਨੇ। ਜੇਕਰ ਇਹ ਹੈ ਕਿ ਉਸੇ ਦਾ ਪ੍ਰੋਫਿਟ ਵਧੂਗਾ ਤਾਂ ਸਾਡੇ ਪਾਪੂਲੇਸ਼ਨ ਬਹੁਤ ਹੈ। ਸਾਡੇ ਜਿਹੜੀ ਪਾਪੂਲੇਸ਼ਨ ਹੈ, ਜਾਂ ਤਾਂ ਅਸੀਂ ਇਹ ਪਾਪੂਲੇਸ਼ਨ ਨੂੰ ਡਿਵੈਲਪ ਕਰੀਏ, ਪੜ੍ਹਾ ਲਿਖਾ ਕੇ ਇਹਨੂੰ ਕਮਾਉਣ ਦੇ ਯੋਗ ਬਣਾਈਏ, ਨਹੀਂ ਇਹ ਜਿਹੜੀ ਪਾਪੂਲੇਸ਼ਨ ਹੈ ਇਹਦਾ ਆਪਦਾ ਖਰਚਾ, ਬਿਮਾਰੀਆਂ ਦਾ ਖਰਚਾ, ਸਿਹਤ ਦਾ ਖਰਚਾ ਉਹ ਇੰਨਾ ਜ਼ਿਆਦਾ ਹੋ ਜਾਏਗਾ ਜਿਹਦੇ ਵਿੱਚ ਇਹਦੀ ਪੂਰਤੀ ਹੋ ਨਹੀਂ ਪਾਏਗੀ। ਇਹ ਆਪਦੇ ਆਪ 'ਚ ਇੱਕ ਬਹੁਤ ਵੱਡਾ ਚੈਲੰਜ ਹੋਏਗਾ। ਫਿਰ ਆਪਾਂ ਇੱਕ ਸ਼ਬਦ ਜਿਹੜਾ ਵਰਤਦੇ ਆ ਇਹਨੂੰ, ਇੱਕ ਉਹ ਕਹਿੰਦੇ ਨੇ ਕਿ VCS ਸਰਕਲ, ਇੱਕ ਐਸਾ ਸਰਕਲ ਡਿਵੈਲਪ ਹੋ ਜਾਏਗਾ ਜਿਹਦੇ ਵਿੱਚ ਜਿਹਨੂੰ ਆਪਾਂ ਕਹੀਏ ਨਾ ਕਿ ਜਦੋਂ ਇੰਨਾ ਜ਼ਹਿਰੀਲਾ ਸਿਸਟਮ ਹੋ ਜਾਂਦਾ ਹੈ ਕਿ ਉਹ ਸਿਸਟਮ ਆਪਦੇ ਵਿਚਲੇ ਸਿਸਟਮਸ ਨੂੰ ਖਾ ਜਾਂਦਾ ਹੈ। ਸੋ ਇੱਦਾਂ ਦੇ ਹਾਲਾਤ ਬਣਨ ਦੀ ਡਰ ਹੈ। ਸਰਕਾਰਾਂ ਨੂੰ ਚਾਹੀਦਾ ਇਹ ਹੈ ਕਿ ਬਹੁਤ ਹੀ ਚਕੰਨੇ ਹੋ ਕੇ, ਇਮਾਨਦਾਰੀ ਨਾਲ ਤੇ ਸੁਚੇਤ ਹੋ ਕੇ, ਇੰਟੈਲੀਜੈਂਸ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੀ ਯੋਜਨਾਬੰਦੀ ਕਰਨਾ ਚਾਹੀਦੀ ਹੈ, ਵਰਨਾ ਇਹ ਚੈਲੰਜ ਹਿੰਦੁਸਤਾਨ ਲਈ ਵੀ ਬਹੁਤ ਗੰਭੀਰ ਹੈ। ਜੀ ਬਿਲਕੁਲ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ, ਤੁਹਾਡਾ ਧੰਨਵਾਦ। ਧੰਨਵਾਦ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਅਨੰਤ ਸਿੰਘ ਧਾਲੀਵਾਲ ਸਾਹਿਬ ਤੋਂ ਅਸੀਂ ਇਕਨੋਮੀ, ਖੇਤੀ ਬਾਰੇ ਤੇ BJP ਸਰਕਾਰ ਦੀ ਨੀਤੀਆਂ ਬਾਰੇ ਸਭ ਸਮਝਿਆ। ਤੁਸੀਂ ਹਰ ਵਾਰ ਦੀ ਤਰ੍ਹਾਂ ਸਾਨੂੰ ਆਪਣਾ ਸੁਝਾਅ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜਿਓ ਤੇ ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।